वाहेगुरु जी का खालसा वाहेगुरु जी की फतेह। जुगो जुग अटल चवर छतर तख्तां दे मालक शब्द सतगुरु श्री गुरु ग्रंथ साहिब जियां दी निੱकी गोद विच बड़े ही अदब नाल आप जी जुड़ बैठे हो। जीवन दियां शुभ घड़ियां ये प्राप्त होईयां ने। सतगुरां दे प्रेम दे विच इन्हां नूं सफला बनाइए। गुर इतिहास दे पावन प्रवाहां विचों आप जी ने सरवण कीता सी। जदों सुमेर पर्वत दी चोटी ते गुरु नानक पातशाह जी ने भाई मरदाना जी के बचनों को मनते हुए 9 नाथ 6 जति 84 सिद्धां के नाम दसे। मरदाना जी ने सवाल किया, पातशाह जति 6 ही क्यों ने? जत सत रखण वाले दुनिया विच बड़े हन। गुरु बाबा जी ने जवाब दिता सी, मरदानिया 8 तरीकिਆਂ ਦਾ काम मनुख ਨੂੰ हर वेले सताਉਂਦਾ है। ਇਹਦੇ ਤੋਂ ਬਚਣਾ ਧਰਮੀ ਪੁਰਸ਼ਾਂ ਦਾ ਵੀ ਕੰਮ ਨਹੀਂ। ਜਿਹਨੂੰ ਵਾਹਿਗੁਰੂ ਆਪ ਬਚਾਏ ਉਹ ਹੀ ਬਚ ਸਕਦਾ ਹੈ। फिर भाई मरदाना जी सतगुरां दे बचनां नूं सुन के आखदे आ, बाबा चलो अगे किते चलीए। जदों सतगुरु जी जाण वास्ते तैयार होए, सिद्ध मंडली दे विचों मंगल नाथ भरथरी गोपी चंद घुगूनाथ ये बंदगी वालियां रूहां सतगुरां नूं अगों रोकदियां ने, पातशाह अपना जाओ। जदों दे तुसी आए हो सिद्ध मंडली दे भाग जागे ने। तकरीबन आप जियां ने सिद्धां दी सारी कथा बड़े विस्तार सहित सुनी है। पर हुण गुरु नानक साहब महाराज सुमेर पर्वत तो वदैगी लै रहे ने। सुरत नूं एकाग्र चित बनाइए। आसीस बख्शो, गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। नहीं दृष्ट जावे किठियाना अटकी श्री करतार सथाना। जिस वेले दीन दुनिया दे मालक गुरु नानक साहब जी ने सुमेर पर्वत तो वापस आउण दी तैयारी कीती है, योगी मंगलनाथ प्राणनाथ ये बंदगी वालियां रूहां आखदियां, बाबा तुसी किहड़े किसे जंजाल विच फसे, तुसी किहड़ा परिवार दे मोह दे अधीन हो, मौज दे मालक हो, कुछ समा साडे पास होर बतीत करो। रोकण वालियां विच केवल 5 तो 6 सिद्ध ने। गोरखनाथ मछंदरनाथ अपनी आकड़ विच बैठे आ, अंदरों चाहुंदे आ नानक तपा जी चले जाण, क्योंकि उन्हां दी हौमे ठेस खा रही सी। गुरु नानक साहब दे बचन उन्हां दे सिरे उपर दी लंघ रहे ने। पर के बंदगी वाले से आखण लगे, सतगुरु ना जाओ। गुरु बाबा जी आखण लगे, भाई सानू कोई जंजाल नहीं मोह पाया दा, असीं तोड़ के आए हैं। साडी सुरत केवल एक निरंकार विच जुड़ी रहिंदी है। हिरदा साडा एक दी याद विच जुड़िया हुंदा ए। एह पग लग्यो प्रेम मन मेरे शांत नावत
ਤਿਨ ਬਿਨ ਹੇਰੇ। ਸਾਡਾ ਤੇ ਪ੍ਰੇਮ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਿਆ ਹੈ, ਇਸ ਕਰਕੇ ਸਾਨੂੰ ਕਿਸੇ ਦੀ ਪਰਵਾਹ ਨਹੀਂ, ਕਿਉਂਕਿ ਪ੍ਰੇਮ ਦੀ ਅਵਸਥਾ ਵਿੱਚ ਦੁਨੀਆ ਨਜ਼ਰ ਨਹੀਂ ਆਉਂਦੀ। ਜਦੋਂ ਸਿੱਖ ਦਾ ਪ੍ਰੇਮ ਗੁਰੂ ਨਾਲ ਹੋ ਜਾਂਦਾ ਨਾ, ਦੁਨੀਆ 'ਚ ਕੌਣ ਚੰਗਾ ਹੈ, ਕੌਣ ਮਾੜਾ ਹੈ, ਕੌਣ ਕੀ ਕਰਦਾ ਹੈ, ਇਹ ਗੱਲਾਂ ਮਾਇਨੇ ਨਹੀਂ ਰੱਖਦੀਆਂ। ਪ੍ਰੇਮ ਦੀ ਅਵਸਥਾ ਵਿੱਚ ਸਿਰਫ ਆਪਣਾ ਸੱਜਣ ਹਰ ਥਾਂ ਤੇ ਨਜ਼ਰ ਆਉਂਦਾ ਹੈ। ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ, ਭਾਈ ਸਾਡਾ ਤੇ ਪ੍ਰੇਮ ਇੱਕ ਅਕਾਲ ਨਾਲ ਜੁੜਿਆ ਹੈ, ਉਹਦੇ ਤੋਂ ਬਗੈਰ ਸਾਨੂੰ ਕੁਝ ਦਿਸਦਾ ਹੀ ਨਹੀਂ। ਅਸੀਂ ਜਿੱਥੇ ਵੀ ਜਾਈਏ, ਜਹ ਜਾਈਏ ਤਹਾਂ ਸਹੇਲੇ, ਜਿੱਥੇ ਜਾਂਦੇ ਆ ਉਹ ਸਾਥੀ ਸਾਡੇ ਨਾਲ ਹੈ, ਕਦੇ ਵੀ ਸਾਥੋਂ ਦੂਰ ਨਹੀਂ। ਦੋਹਰ ਬੋਲਿਓ ਮੰਗਲ ਨਾਥ ਤਬ, ਰਾਵ ਰਹੀ ਕਰਤਾਰ। ਤੁਮਰੋ ਦਸ ਦੁਲੰਭ ਹੈ, ਹਮ ਜੋ ਕਰਤ ਉਚਾਰ। ਸਤਿਗੁਰਾਂ ਦੇ ਪ੍ਰੇਮ ਦੇ ਭਿੱਜੇ ਬਚਨਾਂ ਨੂੰ ਸੁਣ ਕੇ ਯੋਗੀ ਮੰਗਲ ਨਾਥ ਆਖਣ ਲੱਗੇ, ਬਾਬਾ ਕਿਉਂ ਆਖਦੇ ਹੋ ਰੱਬ ਬਾਰੇ? ਜਿੱਥੋਂ ਤੱਕ ਅਸੀਂ ਵੇਖਿਆ ਰੱਬ ਤੁਸੀਂ ਆਪ ਹੀ ਹੋ, ਨਿਰੰਕਾਰ ਵੀ ਤੁਸੀਂ ਹੋ। ਕਿਉਂ ਭਰਮ ਦੇ ਪਰਦੇ ਪਾਉਂਦੇ ਹੋ? ਆਖੋ ਸਤਿਨਾਮ, ਤੁਸੀਂ ਹਰ ਥਾਂ ਤੇ ਹੋ। ਉਹ ਕਿਹੜੀ ਥਾਂ ਏ ਜਿੱਥੇ ਤੁਸੀਂ ਨਹੀਂ? ਵੇਖੋ ਇਹ ਆਪਣਾ ਨਜ਼ਰੀਆ ਹੈ, ਬਾਕੀ ਸਿੱਧ ਵੀ ਬੈਠੇ ਆ। ਕੋਈ ਕਰਾਮਾਤ ਨਾਲ ਸਤਿਗੁਰਾਂ ਨੂੰ ਹਰਾਉਣਾ ਚਾਹੁੰਦਾ ਸੀ, ਕੋਈ ਵਾਦ ਵਿਵਾਦ ਨਾਲ, ਕੋਈ ਦਾਬੇ ਨਾਲ, ਸਭ ਹਾਰ ਗਏ। ਪਰ ਇਹਨਾਂ ਨੂੰ ਹਰਾ ਕੇ ਇੱਕ ਵਾਰ ਵੀ ਗੁਰੂ ਸਾਹਿਬ ਨੇ ਨਹੀਂ ਆਖਿਆ ਵੀ ਅਸੀਂ ਜਿੱਤ ਗਏ ਤੇ ਹਾਰ ਗਏ, ਕਿਉਂਕਿ ਗੁਰੂ ਸਾਹਿਬ ਜਿੱਤ ਹਾਰ ਦੀ ਖੇਡ 'ਚ ਨਹੀਂ। ਜਿੱਤਣਾ ਤੇ ਹਾਰਨਾ, ਰੁੱਸਣਾ ਤੇ ਮਨਾਉਣਾ, ਹੱਸਣਾ ਤੇ ਰੋਣਾ, ਇਹ ਸੰਸਾਰੀ ਲੋਕਾਂ ਦਾ ਤਲ ਹੈ। ਬੰਦਗੀ ਵਾਲੇ ਨਾ ਕਦੇ ਰੋਂਦੇ ਨੇ, ਨਾ ਕਦੇ ਹੱਸਦੇ ਨੇ, ਨਾ ਕਦੇ ਹਾਰਦੇ ਨੇ, ਨਾ ਕਦੇ ਜਿੱਤਦੇ ਨੇ, ਉਹ ਤੇ ਆਪਾ ਹੀ ਨਹੀਂ ਵਾਰ ਦਿੰਦੇ। ਗੁਰੂ ਨਾਨਕ ਸਾਹਿਬ ਨੂੰ ਆਖਣ ਲੱਗੇ ਮੰਗਲ ਨਾਥ ਜੋਗੀ, ਬਾਬਾ ਤੁਸੀਂ ਆਪ ਪਰਮੇਸ਼ਰ ਹੋ। ਅਸੀਂ ਜਾਣ ਲਿਆ। ਕਿਉਂ ਜਾਣਿਆ? ਕਿਉਂਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਕੇਵਲ ਉਹ ਹੀ ਜਾਣ ਸਕਦਾ ਜਿਹਨੇ ਬ੍ਰਹਮ ਦਾ ਗਿਆਨ ਜਾਣਿਆ ਵੀ ਰੱਬ ਕੌਣ ਆ ਤੇ ਬ੍ਰਹਮ ਗਿਆਨੀ ਕੌਣ ਹੈ। ਪਰ ਮਾਫ ਕਰਿਓ, ਬਾਕੀ ਧਰਮਾਂ 'ਚ ਅਸੀਂ ਪਖੰਡ ਦੱਸਦੇ ਸੀ, ਅੱਜ ਸਾਡੀ ਕੌਮ ਭਰੀ ਪਈ ਆ ਪਖੰਡੀਆਂ। ਅੱਗੇ ਤੇ ਬ੍ਰਹਮ ਗਿਆਨੀ ਕਿਤੇ ਕਿਤੇ ਹੁੰਦੇ ਸੀ, ਹੁਣ ਤੇ ਹਰ ਇਸ਼ਤਿਹਾਰ ਤੇ ਬੈਠੇ ਆ ਜੀ 108 108, ਕੋਈ ਪੂਰਨ, ਕੋਈ ਮਹਾਪੂਰਨ, ਪਤਾ ਨਹੀਂ ਕੀ ਕੀ ਖੇਖਣ ਕਰਦੇ। ਪਰ ਅਸਲ ਤੇ ਬ੍ਰਹਮ ਗਿਆਨੀ ਉਹ ਹੈ ਜੀ ਜਿਹਨੇ ਬ੍ਰਹਮ ਨੂੰ ਜਾਣ ਲਿਆ। ਅਸੀਂ ਹਰੇਕ ਨੂੰ ਮੂੰਹ ਚੁੱਕ ਕੇ ਕਹਿ ਦਿੰਦੇ ਆ ਵੀ ਬਾਬਾ ਬ੍ਰਹਮ ਗਿਆਨੀ ਸੀ, ਆ ਸਾਧ ਬ੍ਰਹਮ ਗਿਆਨੀ ਸੀ। ਇਹ ਅਸੀਂ ਤਾਂ ਕਹਿ ਸਕਦੇ ਹਾਂ ਜੇ ਖੁਦ ਬ੍ਰਹਮ ਗਿਆਨੀ ਹੋਈਏ, ਜੇ ਉਸ ਅਵਸਥਾ ਦੇ ਪਾਂਧੀ ਹੋਈਏ। ਮੰਗਲਨਾਥ ਗੋਰਖਨਾਥ ਦੇ ਸਾਹਮਣੇ ਬੈਠਾ ਹੈ, ਪਰ ਗੋਰਖਨਾਥ ਗੁਰੂ ਹੈ, ਪਰ ਉੱਥੇ ਤੱਕ ਨਹੀਂ ਪਹੁੰਚ ਸਕਿਆ ਜਿੱਥੇ ਤੱਕ ਮੰਗਲ ਪਹੁੰਚ ਗਏ ਨੇ, ਘੁੱਗੂਨਾਥ ਪਹੁੰਚ ਗਏ ਨੇ, ਪ੍ਰਾਣਾਨਾਥ ਪਹੁੰਚ ਗਏ ਨੇ, ਭਰਥਰੀ ਪਹੁੰਚ ਗਏ ਨੇ, ਗੋਪੀ ਚੰਦ ਪਹੁੰਚ ਗਏ ਆ। 6 ਸਿੱਧ ਨੇ ਬੰਦਗੀ ਵਾਲੇ, ਜਿਨ੍ਹਾਂ ਦੀ ਗੁਰੂ ਨਾਨਕ ਪਾਤਸ਼ਾਹ ਨਾਲ ਖੂਬ ਬਣੀ। ਕਿਉਂਕਿ ਰੱਬ ਦਾ ਪਿਆਰਾ ਰੱਬ ਦੇ ਪਿਆਰਿਆਂ ਨੂੰ ਹੀ ਪਸੰਦ ਕਰਦਾ ਹੈ, ਉਹਨਾਂ ਕੋਲ ਹੀ ਬੈਠਦਾ। ਕਲਯੁਗੀ ਬੰਦਾ ਕਲਯੁਗੀਆਂ ਕੋਲ ਬੈਠਦਾ ਹੈ। ਨਿੰਦਕ ਨੂੰ 100 ਬੰਦਿਆਂ 'ਚੋਂ ਨਿੰਦਕ ਲੱਭ ਜਾਣਾ ਵੀ ਕਿਹੜਾ ਹੈ। ਸ਼ਰਾਬੀ ਕਬਾਬੀ ਨੂੰ ਕਹਿਣ ਦੀ ਲੋੜ ਨਹੀਂ, ਸਾਰੇ ਵਿਆਹ 'ਚ ਉਹਨੇ ਆਪਣੇ ਪਸੰਦ ਦੇ ਬੰਦੇ ਕੱਢ ਲੈਣੇ ਵੀ ਕਿਹੜੇ ਕਿਹੜੇ ਆ। ਤੇ ਭਗਤੀ ਵਾਲਾ ਉਹਨੂੰ ਪੁੱਛਣ ਦੱਸਣ ਦੀ ਲੋੜ ਨਹੀਂ, ਫੰਕਸ਼ਨ ਭਾਵੇਂ ਸੇਮ ਹੋਵੇ, ਉਹਨੇ ਬੰਦਗੀ ਵਾਲਾ ਲੱਭ ਕੇ ਉਹਦੇ ਕੋਲ ਬਹਿ ਜਾਣਾ। ਕਿਉਂ? ਜਿਹੋ ਜੀ ਨਜ਼ਰ ਹੈ ਉਹੋ ਜਿਹਾ ਨਜ਼ਰੀਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਹੱਥ ਜੋੜ ਕੇ ਕਹਿੰਦੇ, ਮੰਗਲਨਾਥ ਜੇ ਅਸੀਂ ਹਰ ਥਾਂ ਤੇ ਆ ਤੇ ਤੁਸੀਂ ਵੀ ਹਰ ਥਾਂ ਤੇ। ਰੱਬ ਤੇ ਰੱਬ ਦੇ ਪਿਆਰੇ, ਹਰ ਕਾ ਸੇਵਕ ਹਰ ਹੀ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਸਤਿਗੁਰੂ ਕਹਿੰਦੇ ਬੰਦਗੀ ਕਰਨ ਵਾਲਾ, ਨਾਮ ਜਪਣ ਵਾਲਾ, ਰੱਬ ਰੱਬ ਅੰਦਰੋਂ ਕਰਨ ਵਾਲਾ ਇੱਕਮਿਕ ਹੋਇਆ ਹਰ ਥਾਂ ਤੇ ਹੁੰਦਾ ਏ, ਕਿਉਂਕਿ ਰੱਬ ਤੇ ਉਹ ਪਿਆਰੇ 'ਚ ਫਰਕ ਹੀ ਹੋਈ। ਪਰ ਇਹ ਗੱਲਾਂ ਬੜੀਆਂ ਗਹਿਰੀਆਂ। 4 ਦਿਨ ਪਾਠ ਕਰਕੇ ਅਸੀਂ ਸਾਧੂ ਨਹੀਂ ਬਣ ਸਕਦੇ, 10 ਦਿਨ ਧਾਰਮਿਕ ਥਾਂ ਤੇ ਜਾ ਕੇ ਅਸੀਂ ਧਰਮੀ ਨਹੀਂ ਹੋ ਸਕਦੇ। ਧਰਮ ਤੇ ਸਾਡੇ ਕਿਰਦਾਰ 'ਚੋਂ ਬੋਲਣਾ ਚਾਹੀਦਾ, ਜੀਵਨ 'ਚੋਂ ਬੋਲਣਾ ਚਾਹੀਦਾ, ਕੱਲੇ ਧਾਰਮਿਕ ਥਾਵਾਂ ਤੇ ਨਹੀਂ। ਅਸੀਂ ਤੁਰਦੇ ਫਿਰਦੇ, ਸਿੱਖ ਦਾ ਜੀਵਨ ਗੁਰਦੁਆਰਾ ਏ, ਹਿੰਦੂ ਵੀਰ ਦਾ ਤੁਰਦੇ ਫਿਰਦੇ ਜੀਵਨ ਮੰਦਰ ਹੈ।
ਮੁਸਲਮਾਨ ਵੀਰ ਦਾ ਤੁਰਦਾ ਫਿਰਦਾ ਜੀਵਨ ਮਸਜਿਦ ਹੈ। ਜਿੱਥੇ ਕੋਈ ਤੁਰਿਆ ਜਾਂਦਾ ਉਹਨੂੰ ਵੇਖ ਪ੍ਰਭਾਵ ਪੈਂਦਾ ਹੈ। ਜਗਤ ਗੁਰੂ ਨਾਨਕ ਪਾਤਸ਼ਾਹ ਮੰਗਲਨਾਥ ਨੂੰ ਆਖਣ ਲੱਗੇ, ਹੇ ਮੰਗਲਨਾਥ ਮਹਾਨ, ਤੁਹਾਨੂੰ ਮਿਲ ਕੇ ਚੰਗਾ ਲੱਗਿਆ, ਤੁਹਾਡੇ ਪ੍ਰੇਮ ਦੇ ਬੱਧੇ ਇੱਥੇ ਚੱਲ ਕੇ ਆਏ ਆ। ਚੌਪਈ ਤੁਮ ਸਮੀਪ ਜੋ ਬੀਤ ਹੈ ਕਲ, ਸੋ ਹਮ ਜਾਣੈ ਸਫਲ ਬਿਸਲ। ਉਸ ਵੇਲੇ ਮੰਗਲਨਾਥ ਯੋਗੀ ਸਤਿਗੁਰਾਂ ਨੂੰ ਹੱਥ ਜੋੜ ਕੇ ਕਹਿੰਦੇ, ਸਤਿਗੁਰੂ, ਜਿਹੜਾ ਸਮਾਂ ਤੇਰੀ ਯਾਦ ਵਿੱਚ ਤੇਰੇ ਕੋਲ ਬਹਿ ਕੇ ਲੰਘਿਆ, ਜੋ ਸਮਾਂ ਇਹਨਾਂ ਅੱਖੀਆਂ ਨੇ ਦੀਦਾਰ ਤੇਰੇ ਕਰਕੇ ਬਤੀਤ ਕੀਤਾ ਏ, ਅਸਲ ਵਿੱਚ ਜ਼ਿੰਦਗੀ 'ਚ ਸਮਾਂ ਹੀ ਉਹ ਸੀ, ਬਾਕੀ ਤੇ ਬੇਕਾਰ ਹੀ ਕੰਮ ਸੀ। ਆ ਜਿਹੜਾ ਭਾਗਾਂ ਵਾਲਾ ਸਮਾਂ ਸਾਡੇ ਕੋਲ ਨਾ ਸਤਸੰਗ 'ਚ ਬਹਿਨੇ ਆ, ਜੇ ਸੱਚ ਪੁੱਛੀਏ ਅੰਦਰੋਂ ਜਾਣੀਏ, ਅਸਲ ਜ਼ਿੰਦਗੀ ਇਹ ਹੈ, ਮਨੁੱਖਾ ਜਨਮ ਇਹ ਹੈ। ਬਾਹਰ ਤੇ ਆਪਾਂ ਕੁੱਤਿਆਂ ਵਾਲੀ ਜ਼ਿੰਦਗੀ ਜੀ ਰਹੇ ਆ, ਗਧਿਆਂ ਦੀ ਜ਼ਿੰਦਗੀ ਜੀ ਰਹੇ ਆ, ਪਸ਼ੂਆਂ ਦੀ ਜ਼ਿੰਦਗੀ ਜੀ ਰਹੇ ਆ, ਉਹੀ ਬਿਰਤੀ ਹੈ। ਸਤ ਸੰਗ ਵਿੱਚ ਬੈਠਿਆ ਮਨੁੱਖ ਇਸੇ ਕਰਕੇ ਕਹਿੰਦੇ ਆ ਇਹ ਘੜੀਆਂ ਭਾਗਾਂ ਵਾਲੀਆਂ ਨੇ, ਵੱਡੀਆਂ ਨੇ, ਵਡਮੁੱਲੀਆਂ ਨੇ, ਕਿਉਂਕਿ ਇਹ ਸਮਾਂ ਬਾਰ-ਬਾਰ ਨਹੀਂ ਮਿਲਦਾ। ਗੁਰੂ ਦੀ ਸ਼ਰਨ ਵਿੱਚ ਬਹਿਣਾ, ਸਤਿਗੁਰ ਦੇ ਸਾਹਮਣੇ ਬਹਿਣਾ ਤੇ ਗੁਰੂ ਦੀ ਸਿਫਤ ਨੂੰ ਸੁਣਨਾ, ਉਹ ਸਤ ਸੰਗੀ ਦੇ ਹਿੱਸੇ ਹੁੰਦਾ। ਕਹਿੰਦੇ ਪਾਤਸ਼ਾਹ, ਤੁਹਾਡੇ ਕੋਲ ਬਹਿ ਕੇ ਸਮੇਂ ਦਾ ਨਹੀਂ ਪਤਾ ਲੱਗਦਾ। ਇਹ ਕੀ ਹੈ? ਪ੍ਰੇਮ ਦੀ ਨਿਸ਼ਾਨੀ। ਦੁਨਿਆਵੀ ਤੌਰ ਤੇ ਵੀ ਕਿਸੇ ਸੱਜਣ ਨਾਲ, ਰਿਸ਼ਤੇਦਾਰ ਨਾਲ, ਧੀ ਪੁੱਤ ਨਾਲ ਪਿਆਰ ਹੋਵੇ ਨਾ, ਟਾਈਮ ਸਪੈਂਡ ਹੁੰਦੇ ਆ ਪਤਾ ਹੀ ਨਹੀਂ ਲੱਗਦਾ। ਪਰ ਜਿਹਦੀ ਯਾਰੀ ਉਸ ਨਿਰੰਕਾਰ ਨਾਲ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਨਾਲ ਹੈ, ਜਦੋਂ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਬਹਿੰਦਾ 4-4 ਘੰਟੇ ਦੇ ਚੌਂਕੜੇ ਵਿੱਚ ਵੀ ਟਾਈਮ ਦਾ ਨਹੀਂ ਪਤਾ ਲੱਗਦਾ, ਕਿਉਂਕਿ ਗੁਰੂ ਪਿਆਰੇ ਦੀ ਗੋਦ ਹੈ। ਗੁਰੂ ਨਾਨਕ ਸਾਹਿਬ ਨੂੰ ਆਖਣ ਲੱਗੇ, ਸਤਿਗੁਰੂ, ਤੁਹਾਡੇ ਸਾਹਮਣੇ ਬੈਠ ਕੇ, ਤੁਹਾਡੇ ਦੀਦਾਰ ਕਰਕੇ ਜਿਹੜਾ ਸਮਾਂ ਲੰਘਿਆ ਨਾ, ਅਸਲ ਵਿੱਚ ਉਹ ਹੀ ਸਮਾਂ ਸੀ। ਵਾਕੀ ਵਕਤ ਦੀ ਅਸੀਂ ਝੱਖ ਹੀ ਮਾਰੀ ਹੈ। ਲੜਦੇ ਹੀ ਰਹੇ ਇੱਕ ਦੂਜੇ ਨਾਲ ਹੰਕਾਰ 'ਚ, ਮੇਰੀ ਭਗਤੀ ਜ਼ਿਆਦਾ, ਮੇਰੀ ਕਰਾਮਾਤ ਵੱਡੀ। ਪਰ ਬਾਦਸ਼ਾਹ ਇਹ ਕਰਮਾਂ ਨਾਲ ਮਿਲੇ। ਮੈਨੂੰ ਏਦਾਂ ਲੱਗਦਾ ਹੈ ਵੀ ਜ਼ਿੰਦਗੀ ਭਰ ਦਾ ਯੋਗ ਕਮਾਇਆ, ਇਹਨਾਂ ਘੜੀਆਂ ਵਿੱਚ ਸਫਲ ਹੋਇਆ ਏ। ਕਰੁਣਾ ਕਰ ਕੁਛ ਕਾਲ ਰਹੀ ਜੈ, ਪੁਨ ਜਾਵਣ ਕੀ ਇੱਛਾ ਕੀਜੈ। ਇੱਕ ਬੇਨਤੀ ਕਰ ਸਕਦੇ ਆ, ਯੋਰ ਸਾਡਾ ਆਪ ਜੀ ਤੇ ਕੋਈ ਨਹੀਂ, ਦਇਆ ਕਰਕੇ, ਤਰਸ ਕਰਕੇ ਸਾਡੇ ਕੋਲ ਕੁਝ ਘੜੀਆਂ ਹੋਰ ਬਿਤਾ ਦਿਓ। ਇਹਨੇ ਜੁੜਿਆਂ ਦੀਆਂ ਗੱਲਾਂ ਗੁਰੂ ਨਾਨਕ ਸਾਹਿਬ ਨੂੰ ਇਹ ਬੇਨਤੀ ਕਰਕੇ ਨਾ ਯੋਗੀਆਂ ਦੀ ਅੱਖਾਂ ਭਰੀਆਂ। ਗੋਪੀ ਚੰਦ, ਭਰਥਰੀ, ਮੰਗਲਨਾਥ, ਘੁੱਗੂਨਾਥ, ਪ੍ਰਾਣਾਨਾਥ, ਇਹੋ ਮਹਾਂਪੁਰਖ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੀ ਸਾਰ ਨੂੰ ਜਾਣਿਆ ਹੈ। ਤੇ ਬਾਕੀ ਵੀ ਕਰਮਾਂ ਵਾਲੇ ਆ, ਜਿਹਦੇ ਕੋਲ ਗੁਰੂ ਸਾਹਿਬ ਆਪ ਆ ਗਏ, ਭਾਵੇਂ ਗੋਰਖਨਾਥ ਹੈ, ਮਛੰਦਰਨਾਥ ਹੈ, ਛੋਟੀ ਖੁਦਾਈ ਹੈ। ਗੁਰੂ ਨਾਨਕ ਸਾਹਿਬ ਦੇ ਇੱਕ ਦਰਸ਼ਨ ਵਾਸਤੇ ਦੇਵੀ ਦੇਵਤੇ ਲੋਚਦੇ ਫਿਰਦੇ ਆ, ਤੇ ਜਿਨ੍ਹਾਂ ਕੋਲ ਮਰਜ ਬੈਠੇ ਆ ਉਹ ਥੋੜੇ ਥੋੜਾ ਨੇ। ਹਾਂ, ਉਹਨਾਂ ਚੋਂ ਹੌਲੀ 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 ਸਭ ਕੁਝ ਨਿਕਲ ਗਿਆ, ਕੱਢਿਆ ਗੁਰੂ ਸਾਹਿਬ ਨੇ ਹੈ। ਗੁਰੂ ਦਾ ਮਿਲਾਪ, ਗੁਰੂ ਦੀ ਸੰਗਤ ਤੇ ਸਤਿਗੁਰ ਦੇ ਦੀਦਾਰ ਬਿਨਾਂ ਭਾਗਾਂ ਤੋਂ ਨਹੀਂ ਹੁੰਦੇ। ਪਰ ਅੰਦਰ ਗੋਰਖਨਾਥ ਦੇ ਅਜੇ ਵੀ ਹਉਮੈ ਸੀ ਵੀ ਕਿਤੇ ਸਾਡੇ ਨਾਥ ਪੰਥ ਵਿੱਚ ਨਾਨਕ ਜੀ ਆ ਜਾਣ, ਮੈਂ ਇਹਨਾਂ ਨੂੰ ਸਿੱਧਾਂ ਦਾ ਨਾਥ ਵੀ ਬਣਾ ਦਿਆਂਗਾ। ਪਰ ਜੋ ਉਹ ਚਾਹੁੰਦਾ ਸੀ ਉਹ ਹੋ ਨਾ ਸਕਿਆ। ਹੁਣ ਸ੍ਰੀ ਨਾਨਕ ਬਚਨ ਉਚਾਰੇ, ਤੁਮ ਸਭ ਮੇਰੇ ਪ੍ਰਾਨਨ ਪਿਆਰੇ। ਜਦੋਂ ਸਤਿਗੁਰਾਂ ਨੂੰ ਵਾਰ-ਵਾਰ ਇਹਨਾਂ ਯੋਗੀਆਂ ਨੇ ਬੇਨਤੀ ਕੀਤੀ, ਬਾਕੀ ਵੀ ਬੈਠੇ ਹੋ ਨਾ, ਕਿਉਂ ਨਹੀਂ ਕਿਹਾ ਰੁਕ ਜਾਓ? ਕਿਉਂਕਿ ਮਤ ਨਹੀਂ ਸੀ ਮਿਲਦੀ। ਸੁਭਾਵਕ ਹੈ, ਤੁਹਾਡਾ ਮਿੱਤਰ ਉਹ ਹੀ ਬਣੇਗਾ ਜਿਹਦੇ ਨਾਲ ਤੁਹਾਡੀ ਮਤ ਮਿਲਦੀ ਹੈ। ਮਤ ਸ਼ਬਦ ਤੋਂ ਮਿੱਤਰ ਬਣੇ। ਜਿਹਦੇ ਨਾਲ ਸਾਡੇ ਖਿਆਲ ਨਹੀਂ ਮੈਚ ਹੁੰਦੇ ਨਾ, ਜੇ ਉਹ ਕਿਤੇ ਮਿੱਤਰ ਬਣ ਵੀ ਗਿਆ, ਰੋਜ਼ ਡਾਂਗ ਖੜਕਦੀ, ਦੁਸ਼ਮਣ ਬਣ ਜਾਂਦਾ ਹੈ, ਬੇਕਾਰ ਹੋ ਜਾਂਦਾ ਹੈ। ਮਿੱਤਰ ਕੌਣ ਹੈ? ਜਿਹਦੇ ਨਾਲ ਮਤ ਮਿਲਦੀ ਹੈ, ਜਿਹਦੇ ਨਾਲ ਵਿਚਾਰ ਮਿਲਦਾ ਹੈ, ਜਿਹਦੇ ਨਾਲ ਅੰਦਰ ਮਿਲਦਾ ਹੈ। ਬੰਦਾ ਆਪਣੇ ਪਰਿਵਾਰ ਰਿਸ਼ਤੇਦਾਰ ਨੂੰ ਆਪਣਾ ਦੁੱਖ ਨਹੀਂ ਦੱਸਦਾ, ਮਿੱਤਰਾਂ ਨੂੰ ਦੱਸਦਾ ਹੈ, ਜਿਹੜੇ ਖਾਸ ਹੁੰਦੇ, ਕਰੀਬ ਹੁੰਦੇ ਆ ਜ਼ਿੰਦਗੀ ਦੇ। ਗੁਰੂ ਨਾਨਕ ਸਾਹਿਬ ਮਹਾਰਾਜ ਪਤਾ ਕੀ ਆਖਣ ਲੱਗੇ? ਕਹਿੰਦੇ, ਹੇ ਪਿਆਰੇ ਸਿੱਧੋ, ਤੁਸੀਂ ਇਕੱਲੇ ਮੈਨੂੰ ਪਿਆਰੇ ਨਹੀਂ, ਉਹਨਾਂ ਦੇ ਨੇਤਰ ਭਰੇ ਵੇਖ ਕੇ ਕਹਿੰਦੇ ਆ, ਤੁਸੀਂ ਮੈਨੂੰ ਜਾਨ ਤੋਂ ਵੱਧ ਪਿਆਰੇ ਹੋ, ਮੇਰੇ ਪ੍ਰਾਣ ਹੋ ਤੁਸੀਂ। ਪ੍ਰਾਣ ਕਿਹਨੂੰ ਕਹਿੰਦੇ ਆ? ਸਾਹ।
ਸਾਹ ਕੀ ਹੈ? ਜ਼ਿੰਦਗੀ ਹੈ, ਮਤਲਬ ਜਾਨ ਤੋਂ ਵੱਧ ਪਿਆਰ ਹੈ। ਹੇ ਜੋਗੀ ਜਨੋ, ਤੁਸੀਂ ਕੀ ਸੋਚਦੇ ਅਸੀਂ ਤੁਹਾਨੂੰ ਪਿਆਰ ਨਹੀਂ ਕਰਦੇ? ਸਾਡਾ ਤੁਹਾਡੇ ਨਾਲ ਪ੍ਰੇਮ ਨਹੀਂ, ਸਾਡਾ ਵੀ ਚਿੱਤ ਨਹੀਂ ਕਰਦਾ ਤੁਹਾਨੂੰ ਛੱਡ ਕੇ ਜਾਵਣ ਲਈ। ਹੋਰ ਮੇਲ ਪੁਨ ਕੇਤਕ ਕਾਲਾ, ਅਬ ਜਾਵਣ ਕੋ ਕਾਜ ਬਿਸਾਲਾ। ਪਰ ਤੁਹਾਡੇ ਵਰਗੇ ਪਿਆਰ ਭਰੇ ਸੱਜਣ ਬੜੀਆਂ ਥਾਵਾਂ ਤੇ ਸਾਨੂੰ ਉਡੀਕਦੇ ਨੇ। ਦੇਹੋ ਸੱਜਣ ਅਸੀਸਣੀਆਂ, ਜਿਉ ਹੋਵੇ ਸਾਹਿਬ ਸਿਉ। ਐਸੀ ਆਸੀਸ ਦਿਓ ਰੱਬ ਨਾਲ ਮਿਲਾਪ ਹੋਵੇ, ਰੱਬ ਨਾਲ ਜੁੜਿਆਂ ਨਾਲ ਮਿਲਾਪ ਹੋਵੇ। ਜਦੋਂ ਸਤਿਗੁਰਾਂ ਦੀ ਰਸਨਾ ਤੋਂ ਪਿਆਰ ਭਰੇ ਬਚਨ ਸੁਣੇ ਨਾ, 5-6 ਯੋਗੀ ਨਿਰਉੱਤਰ ਹੋ ਗਏ। ਹੁਣ ਅੱਖਾਂ ਬੋਲਦੀਆਂ, ਹੰਝੂ ਭਰੇ ਆਏ। ਦੇਖੋ ਕੈਸਾ ਰਿਸ਼ਤਾ ਹੈ। ਨਾ ਕੋਈ ਰਿਸ਼ਤੇਦਾਰੀ ਹੈ, ਨਾ ਕੋਈ ਪੁਰਾਣੀ ਯਾਰੀ ਹੈ, ਨਾ ਕੋਈ ਮਿੱਤਰਤਾ ਹੈ। ਇਹ ਰਿਸ਼ਤਾ ਕਾਹਦਾ ਸੀ? ਪ੍ਰੇਮ ਦਾ। ਪ੍ਰੇਮ ਕਿਹਦਾ ਸੀ? ਨਿਰੰਕਾਰ ਦਾ। ਤੇ ਉਸ ਪਿਆਰ ਦੇ ਬੱਧੇ ਇਹ ਯੋਗੀ, ਇਹ ਸਿੱਧ ਸਤਿਗੁਰਾਂ ਅੱਗੇ ਤਰਲੇ ਕਰਦੇ ਸੀ। ਕਹਿੰਦੇ ਬਾਬਾ ਭਾਵੇਂ ਇੱਕ ਘੜੀ ਦੇ ਦਿਓ, ਇੱਕ ਪਲ ਦੇ ਦਿਓ, ਕੁਛ ਘੜੀਆਂ ਦੇ ਦਿਓ। ਪਰ ਸਤਿਗੁਰਾਂ ਨੇ ਆਪਣੀ ਮਜਬੂਰੀ ਜ਼ਾਹਰ ਕੀਤੀ। ਕਹਿੰਦੇ ਜੰਜਾਲਾਂ ਦੇ ਬੱਧੇ ਨਹੀਂ, ਪ੍ਰੇਮ ਦੇ ਬੱਧੇ ਹੋਇਆ। ਕਰਿਓ ਦਿਆ ਆਇਸ ਸਭ ਅਬ ਦੀਜੈ, ਹੋ ਗਮਨੋ ਨਿਜ ਖੁਸ਼ੀ ਸੋ ਕੀਜੈ। ਸ੍ਰਿਸ਼ਟੀ ਦੇ ਮਾਲਕ ਕਿੰਨੀ ਨਿਮਰਤਾ ਵਾਲੇ ਨੇ। ਕਦੇ ਸਿੱਧਾਂ ਵਿੱਚ ਜਾ ਕੇ ਉਹਨਾਂ ਦਾ ਮਾਣ ਤੋੜ ਕੇ ਵੀ ਆਪਣੇ ਆਪ ਨੂੰ ਇਹ ਨਹੀਂ ਕਹਾਇਆ ਅਸੀਂ ਰੱਬ ਦੇ ਰੂਪ ਹਾਂ। ਹੱਥ ਜੋੜ ਕੇ ਕਹਿੰਦੇ ਗੁਰੂ ਨਾਨਕ ਸਾਹਿਬ, ਦੋਨੋਂ ਹੱਥ ਜੋੜ ਕੇ ਕਹਿੰਦੇ ਪਿਆਰੇ ਸਿੱਧੋ ਹੁਣ ਸਾਨੂੰ ਨਾ ਆਗਿਆ ਦੇ ਦਿਓ। ਆਗਿਆ ਕਿੱਡਾ ਵੱਡਾ ਸ਼ਬਦ ਹੈ। ਇਹ ਪਿਆਰ ਦੀ ਗੱਲ ਹੈ। ਕੌਣ ਕਿਸੇ ਤੋਂ ਆਗਿਆ ਮੰਗਦਾ ਤੇ ਕੌਣ ਕਿਸੇ ਨੂੰ ਆਗਿਆ ਦੇ ਸਕਦਾ? ਹਰ ਮਨੁੱਖ, ਹਰ ਸ਼ਖਸ ਆਪਣੀ ਜ਼ਿੰਦਗੀ ਵਿੱਚ ਆਪਣੀ ਮਰਜ਼ੀ ਦਾ ਮਾਲਕ ਹੈ। ਗੁਰੂ ਨਾਨਕ ਸਾਹਿਬ ਜੋ ਆਪ ਪਰਿਪੂਰਨ ਪਰਮਾਤਮਾ ਨੇ, ਜਿਨ੍ਹਾਂ ਦੇ ਭਾਣੇ ਵਿੱਚ ਹੁਕਮ ਵਿੱਚ ਸਮੁੱਚੀ ਕਾਇਨਾਤ ਚੱਲਦੀ ਹੈ, ਯੂਨੀਵਰਸ ਚੱਲਦਾ ਹੈ, ਕਰੋੜਾਂ ਬ੍ਰਹਿਮੰਡ ਚੱਲਦੇ ਨੇ, ਉਹ ਸਿੱਧਾਂ ਨੂੰ ਕਹਿੰਦੇ ਸਾਨੂੰ ਆਗਿਆ ਦੇ ਦਿਓ। ਇਹ ਵੱਡਪਣ ਹੈ ਮੇਰੇ ਸਾਹਮਣੇ। ਇਹ ਪਿਆਰ ਹੈ, ਇਹ ਨਿਮਰਤਾ ਹੈ। ਇੱਕ ਕਿਸੇ ਨੂੰ ਦੱਸ ਕੇ ਜਾਣਾ, ਇੱਕ ਪੁੱਛ ਕੇ ਜਾਣਾ, ਦੋਨੇ ਗੱਲਾਂ ਦੀ ਫਰਕ ਹੈ। ਦੱਸ ਕੇ ਉਹਨੂੰ ਜਾਓਗੇ ਜਿਹਦੀ ਪਰਵਾਹ ਨਹੀਂ ਕਰਦੇ, ਪੁੱਛ ਕੇ ਉਹਨੂੰ ਜਾਓਗੇ ਜਾਵਾਂ ਨਾ ਜਿਹਦੀ ਪਰਵਾਹ ਕਰਦੇ। ਗੁਰੂ ਨਾਨਕ ਸਾਹਿਬ ਪੁੱਛਦੇ ਆ, ਕਹਿੰਦੇ ਮਹਾਂਪੁਰਖੋ ਜੇ ਤੁਹਾਡੀ ਆਗਿਆ ਹੋਵੇ ਕੀ ਅਸੀਂ ਜਾ ਸਕਦੇ ਆ? ਮੰਗਲ ਆਦ ਸਰਬ ਸਿੱਧ ਭਾਖੈ, ਦੇਖੋ ਤਪਾ ਜਹਾਂ ਤੁਮ ਕਾਖੈ। ਸਿੱਧਾਂ ਨੇ ਹੱਥ ਜੋੜੇ, ਕਹਿੰਦੇ ਬਾਬਾ ਤਪਾ ਜੀ ਅਸੀਂ ਖਾਉਣਾ ਤੁਹਾਨੂੰ ਰੋਕਣ ਵਾਲੇ, ਤੁਸੀਂ ਆਪਣੀ ਰਜ਼ਾ ਦੇ ਮਾਲਕ ਹੋ, ਆਪ ਪਰਿਪੂਰਨ ਹੋ। ਜਿੱਥੇ ਜਿੱਥੇ ਤੁਹਾਡੀ ਇੱਛਾ ਤੁਸੀਂ ਉੱਥੇ ਉੱਥੇ ਜਾ ਸਕਦੇ ਹੋ। ਪਰ ਹਾਂ ਜਾ ਸਕਦੇ ਹੋ, ਪਰ ਇੱਕ ਸ਼ਰਤ, ਕਦੇ ਸਾਨੂੰ ਭੁਲਾਇਓ ਨਾ। ਸਾਡਾ ਨਾਮ ਜਦੋਂ ਇਹ ਬਚਨ ਆਖੇ ਨਾ, ਭਾਈ ਬਾਲਾ ਜੀ ਲਿਖਾਉਂਦੇ, ਕਹਿੰਦੇ ਆ ਗੁਰੂ ਅੰਗਦ ਦੇ ਪਾਤਸ਼ਾਹ ਮਨ ਪਹਿਲੀ ਵਾਰ ਭਾਵੁਕ ਹੋਇਆ ਸੁਮੇਰ ਦੀ ਧਰਤੀ ਤੇ। ਨਹੀਂ ਤੇ ਸਿੱਧਾਂ ਦੇ ਹਾਲਾਤ ਵੇਖ ਕੇ ਕਈ ਵਾਰ ਗੁੱਸਾ ਵੀ ਆਉਂਦਾ ਸੀ ਵੀ ਐਡੇ ਹੰਕਾਰੇ ਹੋਏ। ਪਰ ਪਿਆਰ ਵਾਲਿਆਂ ਨੇ ਇਹ ਮੰਨ ਲਓ, ਸਾਡਾ ਮਨ, ਸਾਡਾ ਹਿਰਦਾ ਉੱਥੇ ਹੀ ਬੰਨ੍ਹ ਕੇ ਰੱਖ ਲਿਆ। ਕਹਿੰਦੇ ਪਾਤਸ਼ਾਹ ਅਸੀਂ ਰੋਕ ਨਹੀਂ ਸਕਦੇ, ਸਮਝਦੇ ਹਾਂ ਤੁਹਾਡੇ ਇਸ ਜੀਵਨ ਦਾ ਮਕਸਦ ਕੀ ਹੈ। ਗੁਰੂ ਨਾਨਕ ਸਾਹਿਬ ਦੱਸੇ ਸਤਿਗੁਰਾਂ ਦੇ ਜੀਵਨ ਦਾ ਮਕਸਦ ਸੀ ਦੁਨੀਆ ਨੂੰ ਸਿੱਧੇ ਰਾਹ ਪਾਉਣਾ। ਉਹ ਕੋਈ ਪਰਿਵਾਰ ਪਾਲਣ ਨਹੀਂ ਸੀ ਆਏ, ਉਹ ਦੁਨੀਆ ਤੇ ਮੱਥੇ ਟਿਕਾਉਣ ਨਹੀਂ ਸੀ ਆਏ, ਪਰ ਆਪ ਪਰਮਾਤਮਾ ਸੀ। ਕਦੇ ਦੱਸਿਆ ਹੀ ਨਹੀਂ ਅਸੀਂ ਰੱਬ, ਕਦੇ ਨਹੀਂ ਦੱਸਿਆ। ਜੇ ਦੱਸਦੇ ਤੇ ਗੱਲ ਹੋਰ ਹੁੰਦੀ। ਕਦੇ ਪੈਰੀ ਮੱਥਾ ਨਹੀਂ ਟਿਕਾਇਆ, ਕਦੇ ਚਰਨੀ ਨਮਸਕਾਰ ਨਹੀਂ ਕਰਾਈ, ਪਰ ਬੰਦਗੀ ਵਾਲੇ ਜਾਣਦੇ ਸੀ ਇਹ ਆਪ ਪਰਮਾਤਮਾ ਨੇ, ਪਰਮੇਸ਼ਰ ਨੇ। ਸਾਰੀ ਬਾਣੀ ਪੜ੍ਹ ਕੇ ਵੇਖੋ, ਕਿਤੇ ਗੁਰੂ ਨਾਨਕ ਸਾਹਿਬ ਨੇ ਨਹੀਂ ਆਖਿਆ ਮੈਂ ਮਾਲਕ ਹਾਂ, ਮੈਂ ਰੱਬ ਹਾਂ। ਸਦਾ ਹੀ ਦਾਸ ਸ਼ਬਦ ਲਿਖਦੇ, ਨਾਨਕ ਦਾਸ ਮੁਖ ਤੇ ਜੋ ਬੋਲੇ। ਦਾਸ ਬਣ ਕੇ, ਸੇਵਕ ਬਣ ਕੇ ਦਾਸਾ ਭਾਵ ਜਤਾਉਂਦੇ ਰਹੇ ਆ। ਇਹ ਵੱਡਾਪਣ ਸੀ ਉਸ ਸੱਜਣ ਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਚੰਗਾ ਪਿਆਰਿਓ ਹੁਣ ਆਗਿਆ ਦੇ ਦਿਓ, ਸਾਨੂੰ ਵਿਦਾਇਗੀ ਦੇ ਦਿਓ। ਦੋਹਰਾ ਖੁਸ਼ੀ ਨਰਿੰਜਨ ਕੀ ਸਦਾ, ਖੇਲੋ ਜਿਤ ਹੋਏ ਚਾਹੇ, ਸਭ ਤੁਮਰੇ ਅਸਥਾਨ ਹੈ,
ਦੂਸਰ ਦੀਸਤ ਨਾਹੀ। ਸਤਿਗੁਰੂ ਇੰਨੇ ਬਚਨ ਕਹਿ ਕੇ ਸਿੱਧ ਮੰਡਲੀ ਵੱਲ ਹੱਥ ਜੋੜ ਨਮਸਕਾਰ ਕਰਕੇ ਤੁਰੇ। ਭਾਵੇਂ ਇੱਥੇ ਕੋਈ ਵਿਰੋਧ ਕਰਨ ਵਾਲਾ ਸੀ ਉਹਨੂੰ ਵੀ ਨਮਸਕਾਰ। ਵੈਰ ਰੱਖੀ ਹੀ ਨਹੀਂ ਕਿਸੇ ਨਾਲ, ਵਿਰੋਧ ਰੱਖਿਆ ਹੀ ਨਹੀਂ ਕਿਸੇ ਨਾਲ। ਤੇ ਗੁਰੂ ਨਾਨਕ ਸਾਹਿਬ ਨੂੰ ਮੰਗਲਨਾਥ ਨਾਲ ਚੱਲਦੇ ਆਖਦੇ, ਪਾਤਸ਼ਾਹ ਇੱਛਾ ਦੇ ਮਾਲਕੋ, ਮਰਜ਼ੀ ਦੇ ਮਾਲਕੋ, ਸਾਰਾ ਬ੍ਰਹਿਮੰਡ ਤੁਹਾਡਾ ਏ, ਸਾਰੇ ਘਰ ਤੁਹਾਡੇ ਆ। ਜਿੱਥੇ ਜਿੱਥੇ ਜਾਣਾ ਚਾਹੁੰਦੇ ਹੋ ਵਿਚਰ ਸਕਦੇ ਹੋ, ਤੁਹਾਨੂੰ ਰੋਕਣ ਵਾਲਾ ਹੈ ਕੌਣ? ਹੈ ਮੌਜ ਹੈ ਤੁਹਾਡੀ। ਕੀ ਗੁਰੂ ਨਾਨਕ ਸਾਹਿਬ ਮਹਾਰਾਜ ਇਕੱਲੀ ਧਰਤੀ ਤੇ ਵਿਚਰੇ ਆ, ਇਸ ਧਰਤੀ ਦਾ ਰਟਨ ਕੀਤਾ? ਨਹੀਂ। ਓਏ ਸਾਡੇ ਕੋਲ ਸਿੱਖੋ ਇਹਨਾਂ ਇਤਿਹਾਸ ਹੀ ਨਹੀਂ ਪਹੁੰਚਿਆ। ਗੁਰੂ ਨਾਨਕ ਸਾਹਿਬ ਮਹਾਰਾਜ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਨੇ ਤੇ ਕਿੱਥੇ ਕਿੱਥੇ ਨਹੀਂ ਗਏ। ਇਹ ਨਹੀਂ ਆਪਾਂ ਕਹਿ ਸਕਦੇ ਇੱਥੇ ਨਹੀਂ ਗਏ ਉੱਥੇ ਨਹੀਂ ਗਏ। ਉਹ ਕਿਹੜੀ ਧਰਤੀ ਕਿਹੜੀ ਥਾਂ ਜਿੱਥੇ ਗੁਰੂ ਬਾਬਾ ਜੀ ਨਹੀਂ ਗਏ? ਹਾਂ, ਜਿੱਥੋਂ ਤੱਕ ਸਾਨੂੰ ਪ੍ਰਾਪਤ ਹੋ ਗਿਆ ਅਸੀਂ ਲਿਖ ਲਿਆ। ਭਾਵੇਂ ਉਹ ਚਾਈਨਾ ਹੈ, ਨੇਪਾਲ ਹੈ, ਤਿੱਬਤ ਹੈ, ਅਰਬ ਹੈ, ਯੂਰਪ ਹੈ, ਜਿੱਥੋਂ ਤੱਕ ਸਾਨੂੰ ਇਹ ਖੋਜ ਮਿਲੀ ਆਪਾਂ ਸੁਣਿਆ ਸੁਣਾਇਆ। ਹੋਏ ਉਹ ਤੇ ਸ੍ਰਿਸ਼ਟੀ ਦੇ ਮਾਲਕ ਨੇ। ਚੰਦ ਤਾਰਿਆਂ ਤੱਕ ਪਹੁੰਚ ਸੀ ਉਹਨਾਂ ਦੀ, ਤੇ ਕੁਛ ਵੀ ਨਹੀਂ ਉਹਨਾਂ ਦੇ ਸਾਜੇ ਹੋਏ ਆ। ਪਹੁੰਚ ਸ਼ਬਦ ਵੀ ਛੋਟਾ ਹੈ। ਜੋ ਆਪ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੋਵੇ, ਕਿ ਉਹ ਇੱਕ ਧਰਤੀ ਦਾ ਮੁਤਾਜ ਹੈ? ਨਹੀਂ, ਉਹ ਸ੍ਰਿਸ਼ਟੀ ਦਾ ਮਾਲਕ ਹੈ। ਗੁਰੂ ਨਾਨਕ ਸਾਹਿਬ ਨੂੰ ਇੰਨੇ ਬਚਨ ਕਹਿ ਕੇ ਨਾ ਸਿੱਧ ਬੜੇ ਅਦਬ ਨਾਲ ਚੱਲ ਪਏ। ਕਹਿੰਦੇ ਮਹਾਰਾਜ ਉਸ ਨਿਰੰਜਨ ਦੀ ਰਜਾ ਵਿੱਚ ਰਹਿਣ ਵਾਲੇ, ਉਹ ਨਿਰੰਜਨ ਉਹਨੂੰ ਕਹਿੰਦੇ ਜੀ ਚ ਦਾਗ ਨਹੀਂ ਕੋਈ, ਬੇਦਾਗ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਸਿੱਧੋ ਸਤ ਕਰਤਾਰ, ਸਦਾ ਹੀ ਆਪਣੀਆਂ ਖੁਸ਼ੀਆਂ ਦੇ ਵਿੱਚ ਆਪਣੇ ਆਪ ਨਾਲ ਖੇਡਦੇ ਰਹੋ। ਚੌਪਈ ਠਾਂਡੇ ਹੈ ਕਰ ਪੰਕਜ ਬੰਦਨਾ, ਵਿਦਾ ਹੋਣ ਲੱਗੇ ਸੁਖ ਸਦਨਾ। ਜਦੋਂ ਸਤਿਗੁਰੂ ਜੀ ਨੇ ਵਿਦਾਇਗੀ ਲਈ ਨਾ, ਗੋਰਖਨਾਥ, ਮਸ਼ਿੰਦਰਨਾਥ, ਲੋਹਾਰੀਪਾ, ਲੋਹਾਰਕਾ, ਇਹ ਜਿੰਨੇ ਸਿੱਧ ਸੀ 84 ਦੇ 84 ਹੱਥ ਜੋੜ ਕੇ ਆਪਣੀ ਆਪਣੀ ਥਾਂ ਤੇ ਖੜੇ ਹੋ ਗਏ। ਅੰਦਰ ਸਭ ਦਾ ਜਾਣਦਾ ਹੈ, ਰੱਬੀ ਨੂਰ ਨੇ। ਬੜੀ ਵਾਰ ਸਾਨੂੰ ਵੀ ਪਤਾ ਹੁੰਦਾ ਵੀ ਇਹ ਬੰਦਾ ਸਾਡੇ ਤੋਂ ਅੱਗੇ ਹੈ, ਗਿਆਨਵਾਨ ਹੈ, ਸਮਝਦਾਰ ਹੈ। ਅੱਗ ਲੱਗੇ ਸਾਡੀ ਹਉਮੈ ਨੂੰ ਝੁਕਣਾ ਹੀ ਨਹੀਂ ਚਾਹੁੰਦੀ। ਸੱਚ ਨੂੰ ਸੱਚ ਹੀ ਨਹੀਂ ਕਹਿ ਸਕਦੇ, ਚੰਗੇ ਨੂੰ ਚੰਗਾ ਹੀ ਨਹੀਂ ਕਹਿ ਸਕਦੇ। ਚਲੋ ਬੁਰੇ ਦਾ ਚੰਗਾ ਕਰਨਾ ਇਹ ਤੇ ਸਾਡੀ ਫਿਤਰਤ ਕਿੱਥੇ ਹੈ? ਓਏ ਅਸੀਂ, ਸਾਡੀ ਜ਼ੁਬਾਨ ਚੰਗੇ ਨੂੰ ਚੰਗਾ ਨਹੀਂ ਕਹਿ ਸਕਦੀ, ਚੰਗੇ ਨੂੰ ਵੀ ਬੁਰਾ ਬਣਾ ਦਿੰਦੀ ਹੈ। ਕਈ ਸਿੱਧ ਐਸੇ ਸੀ ਸਾਡੀ ਮੱਤ ਵਰਗੇ, ਸਿੱਧੀਆਂ ਪਾ ਲਈਆਂ ਨੇ, ਮਾਇਆ ਇਕੱਠੀ ਕਰ ਲਈ ਹੈ, ਮਾਇਆ ਵਸ ਕਰ ਲਈ, ਕਰਾਮਾਤੀ ਹੋ ਗਏ, ਪਰ ਮਨ ਨਹੀਂ ਜਿੱਤ ਸਕੇ। ਇਸ ਕਰਕੇ ਉਹ ਸਾੜਾ ਰੱਖਦੇ ਸੀ, ਪਰ ਅੰਦਰੋਂ ਜਾਣਦੇ ਸੀ ਵੀ ਬਹੁਤ ਵੱਡੀ ਖੁਦਾਈ ਹੈ। ਵਿਦਾਇਗੀ ਦੇਣ ਵਾਸਤੇ ਸਿੱਧ ਆਪਣੀਆਂ ਆਪਣੀਆਂ ਥਾਵਾਂ ਤੋਂ ਉੱਠੇ ਨੇ। ਸਤਿਗੁਰਾਂ ਦੇ ਪਿੱਛੇ ਪਿੱਛੇ ਚੱਲ ਪਏ। ਮਿਲ ਸਭ ਸੋ ਆਦੇਸ਼ ਅਲਾਈ, ਕਰੇ ਪ੍ਰੇਮ ਹਿਰਦੈ ਜਗਰਾਈ। ਗੁਰੂ ਪਾਤਸ਼ਾਹ ਨੇ ਉਸੇ ਵੇਲੇ ਇਸ਼ਾਰਾ ਕੀਤਾ, ਸਾਡੇ ਪਿੱਛੇ ਨਾ ਆਵੋ, ਖੜ ਜਾਓ, ਕਿਉਂਕਿ ਸੁਮੇਰ ਪਰਬਤ ਬਹੁਤ ਵੱਡਾ ਪਰਬਤ ਹੈ। ਅੱਜ ਵੀ ਸੁਮੇਰ ਐਸਾ ਪਰਬਤ ਹੈ, ਸੁਮੇਰ ਤੇ ਕੈਲਾਸ਼, ਜਿੱਥੇ 12 ਮਹੀਨੇ ਬਰਫ਼ ਰਹਿੰਦੀ ਹੈ। ਆਕਸੀਜਨ ਦਾ ਲੈਵਲ ਹੀ ਨਹੀਂ ਉੱਥੇ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਸਿੱਧਾਂ ਕੇ ਹੱਥ ਜੋੜ ਕੇ 84 ਨੂੰ ਕਿਹਾ, ਇੱਥੇ ਤੱਕ ਹੀ ਰਹੋ। ਸ਼ੁਕਰੀਆ, ਧੰਨਵਾਦ। ਪਰਮਾਤਮਾ ਤੁਹਾਨੂੰ ਸਦਾ ਆਪਣੇ ਨਾਲ ਜੋੜ ਕੇ ਰੱਖੇ। ਬੜੀਆਂ ਸੀਸਾਂ ਮਰਦ ਨੇ ਬਖਸ਼ੀਆਂ, ਸਭ ਅੱਗੇ ਹੱਥ ਜੋੜੇ ਨੇ। ਮੰਗਲ ਪ੍ਰਾਨ ਨਾਥ ਲਹਿਰੀ ਪਾ, ਚੱਲ ਕਰ ਆਏ ਸਰਬ ਸਮੀਪਾ। ਸਾਰੀ ਸਿੱਧ ਮੰਡਲੀ ਨੂੰ ਸਤਿਗੁਰਾਂ ਨੇ ਹੱਥ ਜੋੜ ਕੇ ਮੱਥਾ ਟੇਕਿਆ। ਸਮੁੱਚਤਾ ਨੂੰ ਨਮਸਕਾਰ ਕੀਤੀ, ਕਿਸੇ ਸਿੱਧ ਨੂੰ ਨਹੀਂ ਕੀਤੀ। ਸਿੱਧ ਤੇ ਚਰਨ ਫੜਦੇ ਫਿਰਦੇ ਸੀ, ਬਾਬਾ ਹਾਰ ਗਏ, ਕਰਦੇ ਕਿਰਪਾ। ਸਮੁੱਚਤਾ ਨੂੰ ਨਮਸਕਾਰ ਕਰਕੇ ਗੁਰੂ ਪਾਤਸ਼ਾਹ ਚੱਲੇ। ਸਤਿਗੁਰਾਂ ਦੇ ਪਿੱਛੇ ਮੰਗਲਨਾਥ, ਭਰਥਰੀ, ਲੋਹਾਰੀਪਾ, ਇਹ ਜੋਗੀ ਚੱਲ ਪਏ। ਗੋਪੀ ਚੰਦ ਆਦ ਹੈ ਜੀਤੇ, ਮਿਲ ਕਰ ਹਰਖੇ ਜੇ ਗੁਰ ਬੇਤੇ। ਭਾਈ ਬਾਲਾ ਜੀ ਕਹਿੰਦੇ ਅਸੀਂ ਨਾਲ ਨਾਲ ਚੱਲੇ ਆ। ਭਾਈ ਮਰਦਾਨਾ ਜੀ ਨੇ ਮੋਢੇ ਤੇ ਰਬਾਬ ਰੱਖੀ ਹੈ, ਗੁਰੂ ਸਾਹਿਬ ਦੇ ਹੱਥ ਵਿੱਚ ਸੋਟਾ ਫੜਿਆ, ਚਰਨਾਂ 'ਚ ਖੜਾਵਾਂ ਪਾਈਆਂ ਨੇ, ਬਰਫਾਂ ਦੀਆਂ ਚਾਦਰਾਂ ਤੇ ਤੁਰੇ ਜਾ ਰਹੇ ਨੇ। ਨਾਲ ਨਾਲ ਸਿੱਧ ਜਾਂਦੇ। ਮਰਦ ਨੇ ਰੋਕਿਆ ਵੀ ਆ ਵੀ ਰੁਕ ਜਾਓ, ਸਾਡੇ ਨਾਲ ਨਾ ਆਵੋ। ਦੇਖੇ ਚੰਦਰ ਬਦਨ ਕੀ ਓਰਾ, ਸਭ ਨੇ ਲੋਚਨ ਕੀਨ ਚਕੋਰਾ। ਅੱਖਾਂ ਭਰ ਭਰ ਕੇ ਸਤਿਗੁਰਾਂ ਨੂੰ ਏਦਾਂ ਵੇਖਦੇ ਜਿਵੇਂ ਚੰਦਰਮਾ ਨੂੰ ਚਕੋਰ ਵੇਖਦੀ ਹੈ। ਗੁਰੂ ਨਾਨਕ ਸਾਹਿਬ ਨੇ ਵੇਖਿਆ ਇਹਨਾਂ ਦੀਆਂ ਤੇ ਅੱਖਾਂ ਸਿੱਜ ਲੋਈਆਂ ਪਈਆਂ ਨੇ। ਉਹ ਸਿੱਧ
ਜਿਨ੍ਹਾਂ ਨੇ ਦੁਨੀਆ ਰਵਾਈ, ਅੱਜ ਗੁਰੂ ਨਾਨਕ ਜੀ ਅੱਗੇ ਹਾਰ ਕੇ ਰੋ ਰਹੇ ਨੇ। ਆਖੋ ਸਤਿਨਾਮ। ਜ਼ਿੰਦਗੀ ਦਾ ਆਨੰਦ ਕੀ ਹੈ? ਹਾਰ ਜਾਣਾ। ਹਾਰਨ ਵਿੱਚ ਬੜਾ ਸਕੂਨ ਹੈ, ਜਿੱਤਣ ਵਿੱਚ ਮਨ ਬੜਾ ਪਰੇਸ਼ਾਨ ਹੈ। ਦੁਨਿਆਵੀ ਤੌਰ ਤੇ ਕੋਈ ਜਿੱਤ ਜਾਂਦਾ ਹੈ, ਜਿੱਤਣ ਤੋਂ ਬਾਅਦ ਸ਼ਾਂਤ ਹੋਏ, ਤਮਾ ਹੋਰ ਵੱਧ ਜਾਂਦੀ ਹੈ। ਐਮਸੀ 'ਚ ਜਿੱਤਿਆ, ਹੁਣ ਐਮਐਲਏ ਬਣ ਜਾ, ਐਮਐਲਏ ਜਿੱਤ ਗਿਆ ਐਮਪੀ ਬਣ ਜਾ, ਉਹ ਤੋਂ ਬਾਅਦ ਸੋਚਦਾ ਹੁਣ ਇੰਟਰਨੈਸ਼ਨਲ ਪੱਧਰ ਤੇ ਪਹੁੰਚ ਜਾ। ਟਿਕਾ ਤੇ ਹੈ ਨਹੀਂ। ਹਾਰਿਆ ਬੰਦਾ ਆਪਣੇ ਸਕੂਨ 'ਚ ਬੈਠਾ, ਕਹਿੰਦਾ ਪਰਵਾਹ ਨਹੀਂ ਯਾਰ ਕਿਸੇ ਦੀ, ਲੈਣਾ ਕਿਸੇ ਤੋਂ ਕੀ। ਚਲੋ ਦੁਨਿਆਵੀ ਹਾਰ ਹੋਰ ਤਰ੍ਹਾਂ ਦੀ ਹੁੰਦੀ ਹੈ। ਧਰਮ ਤੇ ਪ੍ਰੇਮ ਦੀ ਹਾਰ ਵਿੱਚ ਜਿਹਨੇ ਆਪਣਾ ਆਪ ਸੌਂਪ ਦਿੱਤਾ ਨਾ, ਉੱਥੇ ਹਉਮੈ ਨਹੀਂ ਰਹਿੰਦੀ ਕੋਈ, ਬੇਕਾਰ ਹੀ ਨਹੀਂ ਰਹਿੰਦਾ ਕੋਈ, ਆਪਾ ਕੁਰਬਾਨ ਹੁੰਦਾ ਏ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨੇਤਰ ਭਰੇ ਵੇਖੇ, ਸਭ ਦੇ ਮੋਢਿਆਂ ਤੇ ਥਾਪੜੇ ਦਿੱਤੇ। ਇਹ ਉਹ ਯੋਗੀ ਨੇ, ਭਰਥਰੀ ਰਾਜ ਭਾਗ ਛੱਡ ਕੇ ਆ ਗਿਆ, ਰਾਣੀਆਂ ਛੱਡ ਕੇ ਆ ਗਿਆ, ਬਾਦਸ਼ਾਹ ਸੀ ਕਦੇ ਹਿੰਦੁਸਤਾਨ ਦਾ, ਰੋਇਆ ਨਹੀਂ ਕਦੇ। ਗੋਪੀ ਚੰਦ ਰਾਜਾ ਸੀ, ਜਿਹਦੀਆਂ ਵਾਰਾਂ ਅੱਜ ਤੱਕ ਗਾਈਆਂ ਜਾਂਦੀਆਂ ਨੇ। ਧੀ ਪੁੱਤ ਪਰਿਵਾਰ ਫੌਜਾਂ ਛੱਡ ਕੇ ਆ ਗਿਆ, ਕਦੇ ਰੋਇਆ ਨਹੀਂ। ਅੱਜ ਗੁਰੂ ਨਾਨਕ ਸਾਹਿਬ ਦਾ ਵਿਛੋੜਾ ਹੋ ਰਿਹਾ ਸਰੀਰਕ ਪੱਧਰ ਤੇ। ਉਹ ਸੱਜਣ ਜੋ ਕੁਛ ਪਲ ਕੁਛ ਘੜੀਆਂ ਕੋਲ ਬੈਠੇ ਆਪਣੇਪਣ ਦਾ ਅਹਿਸਾਸ ਦੇ ਗਏ, ਅੱਜ ਸਰੀਰਕ ਤੌਰ ਤੇ ਦੂਰ ਚੱਲੇ ਨੇ। ਕਹਿੰਦੇ ਅੱਖਾਂ ਨਮ ਸੀ, ਪ੍ਰੇਮ ਸੀ ਅੰਦਰ। ਸਤਿਗੁਰਾਂ ਨੇ ਅਸੀਸ ਬਖਸ਼ੀ, ਥਾਪੜਾ ਦਿੱਤਾ, ਇਹਨਾਂ ਤੋਂ ਵੀ ਆਗਿਆ ਮੰਗੀ ਐ। ਵੰਦਨ ਕਰ ਚਰਨ ਅਰਬਿੰਦਾ, ਮਨ ਆਪਣੇ ਜਿਨ ਕੀਨ ਮਿਲੰਦਾ। ਵਾਰੀ ਵਾਰੀ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਮਨ ਭਰਿਆ, ਬੋਲਦੇ ਨਹੀਂ ਕੁਛ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਤ ਕਰਤਾਰ ਜਪਿਆ ਕਰੋ, ਤੁਹਾਡੇ ਤੇ ਰੱਬ 'ਚ ਫਰਕ ਕੋਈ ਨਹੀਂ। ਬੇਸ਼ੱਕ ਕੋਈ ਬ੍ਰਹਮ ਗਿਆਨੀ ਵੀ ਬਣ ਜੇ, ਨਾਮ ਜਪਣਾ ਨਹੀਂ ਛੱਡਦਾ। ਕੋਈ ਲੱਖ ਅਵਸਥਾ ਕਰਕੇ ਉੱਚਾ ਹੋ ਜੇ, ਆਪਣੀ ਬੰਦਗੀ ਕਦੇ ਨਹੀਂ ਛੱਡਦਾ। ਦਸੇ ਸਤਿਗੁਰਾਂ ਦਾ ਜੀਵਨ ਪੜ੍ਹ ਕੇ ਵੇਖੋ, ਕੋਈ ਐਸਾ ਵੇਲਾ ਸੀ ਜਦੋਂ ਨਿਤਨੇਮ ਛੱਡਿਆ ਹੋਵੇ। ਗੁਰੂ ਕਲਗੀਧਰ ਆਪ ਰੱਬ ਨੇ, ਆਪ ਪਰਮਾਤਮਾ ਨੇ ਸਰਸਾ ਦੇ ਕਿਨਾਰੇ ਸਤਿਗੁਰੂ ਆਸਾ ਜੀ ਕੀ ਵਾਰ ਕਰ ਰਹੇ ਨੇ, ਪੜ੍ਹ ਰਹੇ ਨੇ। ਗੁਰੂ ਹੋ ਕੇ ਵੀ ਆਪਣਾ ਨੇਮ ਨਹੀਂ ਤਿਆਗਿਆ। ਸਤਿਨਾਮ। ਕਿਉਂ ਨਹੀਂ ਤਿਆਗਿਆ? ਕੀ ਲੋੜ ਸੀ ਉਹਨਾਂ ਨੂੰ? ਨਹੀਂ। ਜੇ ਗੁਰੂ ਨੇ ਆਪ ਨਿਤਨੇਮ ਕੀਤਾ ਤੇ ਆਸ ਰੱਖਦੇ ਮੇਰਾ ਪੁੱਤ ਸਿੱਖ ਵੀ ਕਦੇ ਨਾ ਛੱਡੇ। ਉਹ ਖਾਲਸਾ ਜੀ, ਮੈਂ ਤੇ ਵਰਦੀਆਂ ਗੋਲੀਆਂ ਦੇ ਵਿੱਚ ਆਪਣਾ ਨੇਮ ਨਹੀਂ ਛੱਡਿਆ, ਤੂੰ ਰਜਾਈਆਂ ਵਿੱਚ ਬਹਿ ਕੇ ਮੈਨੂੰ ਭੁੱਲੀ ਫਿਰਦਾ। ਸਤਿਨਾਮ। ਤੇਰਾ ਤੇ ਨਿਜਮ ਇੱਥੇ ਟੁੱਟ ਗਿਆ। ਆਪ ਨੇਮ ਨਿਭਾ ਕੇ ਵਿਖਾਇਆ, ਆਪ ਲਾਜ ਰੱਖ ਕੇ ਵਿਖਾਈ ਹੈ, ਤੇ ਉਹਦੇ ਪਿਆਰੇ ਵੀ ਫਿਰ ਦੁਨੀਆ ਦੀ ਲਾਜ ਰੱਖਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬੰਦਗੀ ਕਰਿਆ ਕਰੋ, ਨਾਮ ਜਪਿਆ ਕਰੋ। ਇਹਨਾਂ ਬਚਨਾਂ ਨੂੰ ਸੁਣਨ ਵਾਸਤੇ ਉਹ ਜੋਗੀ ਤਰਸਦੇ ਸੀ। ਕੁਛ ਪਲ ਦੀ ਇੱਥੇ ਮੁਲਾਕਾਤ ਹੋਈ ਹੈ, ਸਰੀਰਕ ਤੌਰ ਤੇ ਅਲਵਿਦਾ ਕਹਿਣ ਲੱਗੇ ਨੇ। ਸਾਦਰ ਕੇ ਬਚ ਸੁਣੇ ਸੁਣਾਏ, ਅੰਗਰਜ ਸੰਗ ਚਲੇ ਪਹੁੰਚਾਏ। ਗੁਰੂ ਨਾਨਕ ਸਾਹਿਬ ਦੀ ਜਦੋਂ ਸਮੇਰ ਦੀ ਗਹਿਰਾਈ ਵੱਲ ਆਉਣ ਲੱਗੇ, ਉਤਰ ਕੇ ਥੱਲੇ ਨੂੰ, ਨਿਮਾਣ ਨੂੰ, ਇਹ ਯੋਗੀ ਨਾਲ ਸਤਿਗੁਰੂ ਕਹਿੰਦੇ ਭਾਈ ਬਸ ਕਰੋ, ਆਪਣੇ ਟਿਕਾਣਿਆਂ ਤੇ ਬੈਠੋ। ਪਰ ਉਹਨਾਂ ਦਾ ਮਨ ਭਰਿਆ, ਉਹ ਚਾਹੁੰਦੇ ਨਹੀਂ ਵੀ ਗੁਰੂ ਸਾਹਿਬ ਇਕੱਲੇ ਜਾਣ, ਦੂਰ ਤੱਕ ਛੱਡ ਆਈਏ। ਆਖਿਰਕਾਰ ਫੇਰ ਦੂਜੀ ਵਾਰ ਮਹਾਰਾਜ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਿੱਧੋ ਸ਼ੁਕਰੀਆ, ਧੰਨਵਾਦ, ਪਿੱਛੇ ਨਾ ਆਓ। ਸਮਝਦੇ ਹਾਂ ਤੁਹਾਡੇ ਪ੍ਰੇਮ ਨੂੰ, ਤੁਹਾਡੇ ਮੇਰੇ ਵਿੱਚ ਫਰਕ ਕੋਈ ਨਹੀਂ। ਕਰਤ ਪ੍ਰੇਮ ਸਭ ਸਿੱਧ ਹਟਾਏ, ਆਗੇ ਪੁਨ ਸ੍ਰੀ ਗੁਰੂ ਸਿਧਾਏ। ਆਖਿਰਕਾਰ ਸਿੱਧਾਂ ਨੂੰ ਬਚਨ ਕਹਿ ਕੇ ਸਤਿਗੁਰੂ ਇੱਥੋਂ ਮੋੜ ਕੇ ਵਾਪਸ ਕਰਕੇ ਆਪ ਸਤ ਕਰਤਾਰ ਆਖਿਆ ਤੇ ਅਲੋਪ ਹੋ ਗਏ। ਸਿੱਧ ਮੰਡਲੀ ਨੇ ਪਿੱਛੇ ਮੁੜ ਵੇਖਿਆ, ਹੁਣ ਗੁਰੂ ਨਾਨਕ ਪਾਤਸ਼ਾਹ ਕਿਤੇ ਨਜ਼ਰ ਨਹੀਂ ਆਉਂਦੇ। ਮਨ ਚ ਵਿਰਾਗ ਹੈ, ਕਾਹਦਾ? ਮਨ ਬੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਅ। ਇੱਕ ਘੜੀ ਦਾ ਸੱਜਣ ਦਾ ਵਿਛੋੜਾ ਝੱਲਿਆ ਨਹੀਂ ਜਾਂਦਾ। ਜਾ ਕੇ ਸਮੇਰ ਪਰਬਤ ਤੇ ਚੌਂਕੜਾ ਲਾ ਕੇ ਬਹਿ ਗਏ, ਅਡੋਲ ਬੈਠੇ, ਕਿਸੇ ਦੀ ਪਰਵਾਹ ਨਹੀਂ, ਕਿਉਂਕਿ ਅਵਸਥਾ ਕਰਕੇ ਉਹ ਸਤਿਗੁਰਾਂ ਦੇ ਪਿਆਰ ਵਿੱਚ ਜੁੜ ਚੁੱਕੇ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸੁਮੇਰ ਪਰਬਤ ਤੋਂ ਹੇਠਾਂ ਦੇ ਪਰਬਤਾਂ ਤੇ ਆਏ, ਮੀਨਾ ਪਰਬਤ, ਸਰਦਾਰ ਪਰਬਤ। ਇਹਨਾਂ ਪਰਬਤਾਂ ਤੋਂ ਵਿਚਰਦੇ ਵਿਚਰਦੇ ਆਪਣੇ ਸਾਥੀ ਭਾਈ ਬਾਲਾ ਮਰਦਾਨਾ ਜੀ ਦੇ ਨਾਲ ਹਿਮਾਲਿਆ ਦੀਆਂ ਸ਼੍ਰਿੰਖਲਾਂ ਤੇ ਅੱਗੇ ਵਧੇ ਨੇ। ਦੋਹਰਾ ਹਿਰਦੈ ਪਦਾਰਥ ਚਾਹੀਂਜੇ,
ਸਤਿਗੁਰ ਚਰਨ ਸਰਿਓ। ਮਹਾਕਵੀ ਭਾਈ ਸੰਤੋਖ ਸਿੰਘ ਜੀ ਅਗਲੇ ਪ੍ਰਸੰਗ ਦੀ ਆਰੰਭਤਾ ਕਰਦੇ ਆਖਦੇ, ਕਹਿੰਦੇ ਜੋ ਹਿਰਦੇ 'ਚ ਪਦਾਰਥ ਚਾਹੁੰਦੇ ਹੋ ਨਾ, ਗੁਰੂ ਦੇ ਚਰਨਾਂ ਵਿੱਚ ਅਰਜ ਕਰੋ, ਅਰਦਾਸ ਕਰੋ। ਆ ਜਿਹੜਾ ਪਦਾਰਥ ਸ਼ਬਦ ਆਉਂਦਾ ਨਾ, ਕਈ ਵਾਰ ਭਰਮ ਜਾਂਦੇ ਆ ਆਪਾਂ, ਕਹਿੰਦੇ ਨਹੀਂ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਕਰਕੇ। ਤੇ ਅਸੀਂ ਪ੍ਰਚਾਰਕਾਂ ਨੇ ਕੀ ਕੀਤਾ, ਲੋਕਾਂ ਨੂੰ ਉਲਝਾਤਾ ਵੀ ਮਾਰਗ ਤੇ ਬਾਹਰ ਦੇ ਪਦਾਰਥਾਂ ਦੀਆਂ ਗੱਲਾਂ ਕਰਦੇ। ਗੱਡੀ ਲੈ ਲਾ, ਵੀਜ਼ਾ ਲੈ ਲਾ, ਪਦਾਰਥ ਲੈ, ਕੋਠੀ ਲੈ, ਹੋਈ ਤੇ ਮਾਇਆ ਦਾ ਮੋਹ ਹੈ। ਇਹ ਕੋਈ ਰੱਬ ਦੀ ਕਿਰਪਾ ਥੋੜੀ ਹੈ। ਹੁਣ ਇੱਕ ਪਾਪੀ ਬੰਦਾ ਦੀ ਵੱਧ ਤੋਂ ਵੱਧ ਪਾਪ ਕਰਦਾ ਹੈ, ਕ੍ਰਿਮੀਨਲ ਬੰਦਾ ਹੈ, ਉਹਦੇ ਕੋਲ ਗੱਡੀਆਂ ਘੱਟ ਨੇ, ਕੋਠੀਆਂ ਘੱਟ ਨੇ, ਸੋਹਣੀਆਂ ਔਰਤਾਂ ਨੇ, ਚੰਗੇ ਪਦਾਰਥ ਨੇ, ਸੋਨਾ ਚਾਂਦੀ ਸਭ ਕੁਝ ਹੈ। ਜੇ ਇਹ ਰੱਬ ਦੀ ਕਿਰਪਾ ਏ ਤੇ ਫਿਰ ਰੱਬ ਦੇ ਪਿਆਰਿਆਂ ਕੋਲ ਗਰੀਬੀ ਕਿਉਂ ਹੈ? ਬਾਣੀ ਤੇ ਕਹਿੰਦੀ ਗਰੀਬੀ ਗਦਾ ਹਮਾਰੀ ਖੰਨੇ ਸਗਲ ਰੇ ਨਿਸ਼ਾਰੀ, ਵੀ ਸਾਡੀ ਤੇ ਗਰੀਬੀ ਗਦਾ ਹੈ, ਸਾਡਾ ਸਹਾਰਾ ਹੈ। ਉਹ ਗਰੀਬੀ ਪ੍ਰੇਮ ਦੀ ਹੈ। ਬਾਹਰ ਦੇ ਪਦਾਰਥਾਂ ਦੀ ਮੰਗ ਦਾ ਜ਼ਿਕਰ ਨਹੀਂ ਕੀਤਾ, ਪਰ ਅਸੀਂ ਜੋੜ ਕੇ ਬਾਕੀ ਧਰਮਾਂ ਵਾਂਗੂ ਆਪਣੇ ਧਰਮ ਨੂੰ ਲੈ ਚੱਲੇ ਹੈਗੇ। ਵੀ ਜੇ ਤੈਨੂੰ ਆਹ ਚੀਜ਼, ਪਿੰਡ ਵਾਲਿਆਂ ਨੂੰ ਪੁੱਛੋ, ਕਹਿੰਦੇ ਮੱਝ ਦੁੱਧ ਨਹੀਂ ਦਿੰਦੀ, ਕਹਿੰਦੇ ਆ ਫਿਰ ਕਰੀਏ ਅਰਦਾਸ। ਲੈ ਦੱਸ, ਮੱਝ ਨਹੀਂ ਦੁੱਧ ਦਿੰਦੀ, ਅਰਦਾਸ ਕਰਦੇ। ਤੇ ਸ਼ਹਿਰੀ ਕਹਿੰਦੇ ਬਾਬਾ ਜੀ ਪੇਪਰ ਨਹੀਂ ਪਾਸ ਹੁੰਦਾ ਬੇਟੇ ਦਾ, ਕਹਿੰਦੇ ਆ ਭਗਤਾ ਕਰੀਏ ਅਰਦਾਸ। ਵੀ ਅਰਦਾਸ ਤੇ ਕਦੇ ਬਿਰਥ ਹੀ ਨਹੀਂ ਜਾਂਦੀ। ਅਰਦਾਸ ਕਰਨੀ ਕੀ ਸੀ ਗੁਰੂ ਅੱਗੇ, ਬਿਨ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਮੰਗਣਾ ਤੇ ਸੀ। ਚਾਰ ਪਦਾਰਥਾਂ ਦਾ ਜ਼ਿਕਰ ਸਤਿਗੁਰੂ ਕਰਦੇ ਜੋ ਸੂਖਸ਼ਮ ਨੇ। ਅਸੀਂ ਬਾਹਰਲੇ ਪਦਾਰਥਾਂ ਦਾ ਰੌਲਾ ਪਾ ਲਿਆ। ਜੇ ਬਾਹਰਲੇ ਪਦਾਰਥ ਸੁੱਖ ਹੁੰਦੇ ਤੇ ਗੁਰੂ ਕਲਗੀਧਰ ਪਾਤਸ਼ਾਹ ਕਦੇ ਆਨੰਦਗੜ੍ਹ ਦਾ ਕਿਲਾ ਨਾ ਛੱਡਦੇ। ਕਰੋੜਾਂ ਰੁਪਈਆ, ਅਰਬਾਂ ਰੁਪਈਆ ਸਤਲੁਜ ਦੇ ਵਿੱਚ ਬਹਾ ਦਿੱਤਾ, ਕੋਈ ਪਰਵਾਹ ਨਹੀਂ ਕੀਤੀ। ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਸੱਥਰ ਦੇ ਗੀਤ ਗਾ ਰਹੇ ਆ, ਮਿੱਤਰ ਪਿਆਰੇ ਨੂੰ ਹਾਰ ਵਈਦਾ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਕਿੰਨੀ ਬੇਪਰਵਾਹੀ ਹੈ। ਕਿਤੇ ਪਦਾਰਥਾਂ ਦਾ ਜ਼ਿਕਰ ਹੈ? ਅੱਜ ਸਾਡਾ ਜੀਵਨ ਪਦਾਰਥਵਾਦੀ ਹੋ ਗਿਆ, ਪਦਾਰਥਾਂ 'ਚ ਹੀ ਫਸੇ ਫਿਰਦੇ ਆ। ਇਸੇ ਕਰਕੇ ਨਾ ਧਰਮੀ ਲੋਕਾਂ ਨੂੰ ਸਕੂਨ ਆ ਤੇ ਨਾ ਧਰਮ ਨੂੰ ਮੰਨਣ ਵਾਲਿਆਂ ਨੂੰ ਸਕੂਨ ਹੈ। ਜਿੱਧਰ ਮਰਦੀ ਵੇਖੋ ਡਾਂਗਾਂ ਚੱਕੀਆਂ, ਵਰਸ਼ੇ ਚੱਕੇ, ਤਲਵਾਰਾਂ ਚੱਕੀਆਂ, ਆਪਸ 'ਚ ਲੜੀ ਜਾਂਦੇ। ਲੜਨਾ ਤੇ ਬੁਰਾਈ ਨਾਲ ਸੀ, ਲੜਨਾ ਤੇ ਮਾੜਿਆਂ ਨਾਲ ਸੀ, ਲੜਨਾ ਤੇ ਪਾਪੀਆਂ ਨਾਲ ਸੀ। ਉਹ ਸਿੱਖ ਨਾਲ ਸਿੱਖੇ ਲੜੀ ਜਾਂਦਾ। ਕਿਉਂ? ਕਿਉਂਕਿ ਸਿੱਖ ਨੇ ਗੁਰੂ ਨੂੰ ਫੋਲੋ ਹੀ ਨਹੀਂ ਕਦੇ ਕੀਤਾ। ਗੁਰੂ ਨੇ ਕਿਹਾ ਸੀ ਨਾਮ ਜਪਿਆ ਕਰ, ਬਾਣੀ ਪੜਿਆ ਕਰ, ਸਮੁੱਚਤਾ 'ਚ ਰੱਬ ਵੇਖ, ਸਭ ਦਾ ਭਲਾ ਮੰਗ। ਨਹੀਂ ਮੰਗਿਆ, ਰਾਹ 'ਚ ਮੰਗਦੇ ਆ, ਸੋਚਦੇ ਆ ਗਵਾਂਢੀ ਦੀ ਕੋਠੀ ਨਾ ਵਿਕ ਜੇ, ਇਹ ਹੋਰ ਨਾ ਤਰੱਕੀ ਕਰ ਜੇ, ਤੇ ਮੰਗਦੇ ਭਲਾ ਸਰਬੱਤ ਦਾ। ਕਵੀ ਜੀ ਕਹਿੰਦੇ ਐਸੇ ਪਦਾਰਥ ਗੁਰੂ ਚਰਨਾਂ ਵਿੱਚੋਂ ਮੰਗੋ ਜਿਨ੍ਹਾਂ ਪਦਾਰਥਾਂ ਕਰਕੇ ਸਕੂਨ ਮਿਲੇ। ਜੱਗ ਦੇ ਪਦਾਰਥਾਂ 'ਚ ਦੱਸੋ ਕਿਹੜਾ ਸਕੂਨ ਹੈ? ਬੇਸ਼ੱਕ ਇਹਨਾਂ ਬਿਨਾਂ ਸਰਦਾ ਨਹੀਂ। ਇਹ ਤੇ ਗੁਰੂ ਆਪਣੇ ਸਿੱਖ ਨੂੰ ਕਮੀ ਨਹੀਂ ਕਦੇ ਛੱਡਦਾ। ਤੁਸੀਂ ਗੁਰੂ ਵਾਲੇ ਬਣ ਕੇ ਤੇ ਵੇਖੋ ਪਦਾਰਥ ਤੁਹਾਡੇ ਪਿੱਛੇ ਪਿੱਛੇ ਨੇ। ਇਹ ਮੰਗਣ ਦੀਆਂ ਚੀਜ਼ਾਂ ਥੋੜੀ ਨੇ। ਪਿਓ ਨੂੰ ਪਤਾ ਨਾ ਵੀ ਮੇਰੇ ਪੁੱਤ ਨੂੰ ਕੀ ਚਾਹੀਦਾ ਹੈ, ਮਾਂ ਨੂੰ ਪਤਾ ਹੈ ਮੇਰਾ ਬੱਚਾ ਛੋਟਾ ਹੈ, ਇਹਨੂੰ ਕਿਹੜੇ ਪਦਾਰਥ ਦੀ ਲੋੜ ਹੈ ਤੇ ਕਦੋਂ ਲੋੜ ਹੈ, ਆਪੇ ਲੈ ਜਾਂਦੇ ਆ। ਬੜੇ ਸਿਆਣੇ ਬੱਚੇ ਜਿਨ੍ਹਾਂ ਨੂੰ ਪਤਾ ਹੁੰਦਾ ਮਾਪਿਆਂ ਤੋਂ ਮੰਗਣ ਦੀ ਲੋੜ ਨਹੀਂ, ਆਪੇ ਦੇਣਗੇ। ਤੇ ਬੜਿਆਂ ਨੂੰ ਵਿਚਾਰਿਆਂ ਨੂੰ ਮੰਗ ਕੇ ਵੀ ਨਹੀਂ ਮਿਲਦਾ। ਅਸੀਂ ਉਹਨਾਂ ਚੋਂ ਆ, ਰੋਜ਼ ਹੀ ਮੰਗੀ ਜਾਂਦੇ ਆ, ਮਿਲਦਾ ਮੁਲਦਾ ਕੱਖ ਨਹੀਂ। ਆਖੋ ਸਤਿਨਾਮ। ਗੁਰੂ ਨੂੰ ਵੀ ਪਤਾ ਹੈ ਵੀ ਰੋਜ਼ ਨਵੀਂ ਚਿੱਟ ਲਿਖ ਕੇ ਲੈ ਕੇ ਆਉਂਦਾ ਵੀ ਅੱਜ ਕੀ ਮੰਗਣਾ, ਕੱਲ ਕੀ ਮੰਗਣਾ। ਵਿਚਾਰਾ ਇੱਥੇ ਹੀ ਖੜਿਆ। ਕਵੀ ਕਹਿੰਦੇ ਮੰਗੋ ਗੁਰੂ ਦੇ ਚਰਨਾਂ 'ਚ ਨਾਮ ਦੀ ਦਾਤ, ਬੰਦਗੀ ਦੀ ਦਾਤ। ਜਿਹਦੇ ਕੋਲ ਬੰਦਗੀ ਹੋਵੇ ਨਾ, ਘੱਟ ਪਦਾਰਥਾਂ ਵਿੱਚ ਵੀ ਖੁਸ਼ ਹੈ। ਜਿਹਦੇ ਕੋਲ ਸਿਮਰਨ ਨਹੀਂ, ਬੰਦਗੀ ਨਹੀਂ, ਉਹ ਰਾਜਾ ਬਣ ਕੇ ਵੀ ਅੰਦਰੋਂ ਭਿਖਾਰੀ। ਆਖੋ ਸਤਿਨਾਮ। ਮਹਾਕਵੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚੋਂ ਨਾਮ ਦੀ ਦਾਤ ਮੰਗ ਲਓ। ਜੀਵਤ ਭਾਵ ਸਰਬ ਸੁਖ, ਅੰਤ ਮੁਕਤ ਕੋ ਲਿਓ। ਕਹਿੰਦੇ ਜਿਉਂਦੇ ਜੀ ਸਾਰੇ ਸੁੱਖ ਪਾ ਲਓ ਤੇ ਅੰਤ ਵੇਲੇ ਮੁਕਤੀ। ਜਿਉਂਦੇ ਜੀ ਸੁੱਖ ਮਿਲਣ ਲੱਗੇ ਮੁਕਤ ਹੋ ਕੇ, ਮਰਿਆ ਮੁਕਤੀ ਕਿਹਨੇ ਵੇਖੀ? ਜਿਉਂਦੇ ਤੇ ਬੰਧਨਾਂ 'ਚ ਬੱਧੇ ਫਿਰਦੇ ਆ। ਮੈਂ ਗੁਰਦੁਆਰੇ ਜਾਣਾ, ਮੈਂ ਤਾਂ ਨਹੀਂ ਜਾਂਦਾ ਜੀ ਮੇਰਾ ਮੁੰਡਾ ਨਹੀਂ ਮੰਨਦਾ। ਮੈਂ ਤੇ ਤਾਂ ਨਹੀਂ ਜਾਂਦਾ ਜੀ ਮੇਰਾ ਪੋਤਾ ਛੋਟਾ ਏ। ਇੱਥੇ ਤੇ ਤੂੰ ਅਜੇ ਗੁਲਾਮ ਹੋਇਆ ਫਿਰਦਾ, ਮਰ ਕੇ ਬੁੜਾ ਮੁਕਤੀ ਭਾਲਦਾ। ਸਤਿਨਾਮ। ਸਾਹਿਬ ਕਹਿੰਦੇ ਜਿਉਂਦਾ ਜੀ ਮੁਕਤ ਹੋ,
ਆਪ ਬੰਦਗੀ ਕਰ, ਬੱਚਿਆਂ ਨੂੰ ਕਰਾ, ਨਾਮ ਜਪ ਨਾਮ ਜਪਾ, ਚੰਗੇ ਪਾਸੇ ਲਾ। ਉਹ ਤੈਨੂੰ ਆਪੇ ਕਹਿਣਗੇ ਬਾਪੂ ਜੀ ਜਾ ਆਓ ਯਾਤਰਾ ਤੇ, ਜਾ ਆਓ ਗੁਰਧਾਮਾਂ ਤੇ ਸੇਵਾ ਕਰ ਆਓ, ਘਰ ਦੇ ਕੰਮ ਚੱਲਦੇ ਰਹਿੰਦੇ ਆ। ਆ ਸੀ ਜਿਉਂਦਿਆਂ ਮੁਕਤੀ, ਜਿਉਂਦਿਆਂ ਤੇ ਮੋਹ ਚ ਫਸਿਆ ਫਿਰਦਾ, ਮੇਰੇ ਬਿਨਾਂ ਕੁਝ ਨਹੀਂ ਹੋਣਾ। ਜਿੱਦਣ ਮਰਿਆਂ ਤੋਂ ਫੋਟੋ ਟੰਗੀ ਗਈ ਉਦਣ ਵੀ ਸਭ ਕੁਝ ਹੋਈ ਜਾਣਾ, ਸਗੋਂ ਜ਼ਿਆਦਾ ਵਧੀਆ ਕੰਮ ਹੋਣਾ। ਫਿਰ ਪਤਾ ਕੀ ਕਹਿੰਦੇ ਆ, ਕਹਿੰਦੇ ਯਾਰ ਬੁੜਾ ਜਿਉਂਦਾ ਸੀ, ਹਰ ਕੰਮ ਚ ਲੱਤ ਲਾਉਂਦਾ ਸੀ, ਕੰਮ ਵਧੀਆ ਹੋ ਰਿਹਾ। ਇਹ ਭਰਮ ਚ ਤੁਰਿਆ ਫਿਰਦਾ ਸੀ ਜਿਉਂਦਾ ਜੀ, ਕਹਿੰਦਾ ਮੇਰੇ ਬਿਨਾਂ ਘਰ ਨਹੀਂ ਚੱਲਣਾ, ਮੇਰੇ ਬਿਨਾਂ ਆਹ ਹੋ ਜੂਗਾ, ਸਭ ਕੁਝ ਹੁੰਦਾ ਏ, ਸਿਰਫ ਮਾਇਆ ਦਾ ਜੰਜਾਲ ਪਰ ਭੈੜਾ ਏ। ਗੁਰੂ ਸਾਹਿਬ ਜਿਨ੍ਹਾਂ ਨੇ ਸਾਨੂੰ ਇਹੀ ਸਿਖਾਇਆ ਵੀ ਨਾਮ ਜਪੋ, ਬੰਦਗੀ ਕਰੋ, ਕਿਰਤ ਕਰੋ, ਚੰਗੇ ਕਰਮ ਕਰੋ। ਅੱਜ ਕਵੀ ਜੀ ਦੱਸਦੇ, ਕਹਿੰਦੇ ਮੰਗ ਲਾ ਗੁਰੂ ਕੋਲੋਂ ਨਾਮ, ਜਦ ਬੰਦਗੀ ਕਰੇਗਾ ਨਾਮ ਜਪੇਗਾ ਮੁਕਤੀ ਮਿਲ ਜਾਣੀ ਜਿਉਂਦੇ ਜੀ, ਸੁਖੀ ਹੋ ਜਾਏਗਾ। ਤੇ ਤੇਰੇ ਸੁੱਖਾਂ ਨੂੰ ਵੇਖ ਜਮਾਨਾ ਤੇਰੇ ਤੋਂ ਸਿੱਖਣ ਆਏਗਾ। ਅਜੇ ਤੇ ਆਪਾਂ ਹਰੇਕ ਨੂੰ ਖੜਾ ਕੇ ਖੜ ਜਾਂਦੇ ਆ, ਉਹ ਏਦਾਂ ਦੇ ਸੇਵਾ ਕਰੀਦੀ ਆ, ਐਵੇਂ ਪਾਠ ਕਰੀਦਾ, ਐਵੇਂ ਸਿਰ ਢੱਕੀਦਾ। ਅਗਲਾ ਕਹਿੰਦਾ ਭਾਈ ਸਾਹਿਬ ਟਾਈਮ ਨਹੀਂ ਆ, ਮੈਂ ਡਿਊਟੀ ਜਾਣਾ, ਆ ਕੇ ਗੱਲਾਂ ਕਰਾਂਗੇ। ਲੋਕ ਭੱਜਦੇ ਸਾਡੇ ਤੋਂ, ਫਿਰ ਕਰਨਾ ਕਿਉਂ ਇਹੋ ਜਿਹਾ ਕੁਝ? ਆਪਣਾ ਜੀਵਨ ਐਸਾ ਬਣਾ ਲਓ ਲੋਕੀ ਤੁਹਾਡੇ ਕੋਲ ਹੱਥ ਜੋੜ ਕੇ ਕਹਿਣ ਗੁਰਮੁਖਾ ਮੈਂ ਵੀ ਪਾਠ ਸਿੱਖਣਾ ਚਾਹੁੰਦਾ। ਇਹ ਹੁੰਦਾ ਏ ਜਿੱਦਣ ਸਾਡਾ ਕਿਰਦਾਰ ਉੱਚਾ ਹੋਏਗਾ, ਜੀਵਨ ਉੱਚਾ ਹੋਏਗਾ ਨਾ, ਜਮਾਨਾ ਹੱਥ ਜੋੜ ਕੇ ਫਿਰੇਗਾ। ਫਿਰ ਇਹ ਦਾਬੇ ਮਾਰਦੇ, ਓਏ ਨਾਮ ਜਪਿਆ ਕਰ। ਅਗਲਾ ਕਹਿੰਦਾ ਤੂੰ ਕਿੰਨਾ ਕੁ ਜਪਦਾ ਹੈ, ਤੈਥੋਂ ਤੇ ਟਿਕਿਆ ਨਹੀਂ ਜਾਂਦਾ। ਬੰਦਗੀ ਕਰੋ, ਨਾਮ ਜਪੋ, ਚੰਗੇ ਕਰਮ ਕਰੋ, ਪ੍ਰੈਸ਼ਰਾਈਜ਼ ਨਾ ਕਿਸੇ ਨੂੰ ਕਰੋ, ਪਿਆਰ ਨਾਲ ਸਮਝਾਓ। ਜੇ ਕੋਈ ਸਮਝਣਾ ਚਾਹੁੰਦਾ ਹੈ ਤਾਂ ਧੱਕੇ ਨਾਲ ਸਿੱਖੀ ਨਹੀਂ ਕਮਾਈ ਜਾ ਸਕਦੀ। 5 ਪ੍ਰਕਾਰ ਦੀ ਸਿੱਖੀ ਹੈ ਜੀ, ਚੋਂ ਇੱਕ ਧੱਕੇ ਵਾਲੀ ਵੀ ਹੈ। ਬੜੇ ਜਹਾਜ਼ ਚੜ ਜਾਂਦੇ ਆ, ਲੱਥ ਜਾਂਦੇ ਆ। ਕਵੀ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੋਂ ਨਾਮ ਮੰਗੀਏ, ਸੇਵਾ ਮੰਗੀਏ, ਜੀਵਨ ਦਾ ਸੁੱਖ ਮੰਗੀਏ। ਜੀਵਨ ਦਾ ਸੁੱਖ ਜਿਹੜਾ ਅੰਦਰ ਦੀ ਸ਼ਾਂਤੀ, ਅੰਦਰ ਦੀ ਇਕਾਗਰਤਾ ਹੈ। ਸ਼੍ਰੀ ਬਲ ਸੁੰਦਰ ਵਾਚ ਦੋਹਰਾ, ਅਗਰ ਜਗਮਣੇ ਸ਼੍ਰੀ ਗੁਰੂ ਗਏ ਏਕ ਅਸਥਾਨ। ਦੀਨ ਦੁਨੀਆ ਦੇ ਵਾਲੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਸੁਣੋ, ਇੱਥੋਂ ਅੱਗੇ ਚੱਲ ਪਏ। ਮੈਂ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਤੁਰੇ ਜਾ ਰਹੇ ਆ। ਸਤਿਗੁਰੂ ਕਹਿੰਦੇ ਮਰਦਾਨਿਆਂ ਦੱਸ ਕਿੱਥੇ ਜਾਣਾ ਚਾਹੁੰਦਾ ਹੈ? ਮੈਂ ਕਿਹਾ ਪਾਤਸ਼ਾਹ ਇਹੋ ਜੀ ਥਾਂ ਤੇ ਲੈ ਕੇ ਜਾਓ ਜਿੱਥੇ ਕੋਈ ਜੁੜਿਆ ਹੋਵੇ। ਭਾਈ ਮਰਦਾਨਾ ਬ੍ਰਹਮ ਗਿਆਨੀ ਸਿੱਖ ਹੈ, ਉਹਦੀ ਤਾਂ ਹੀ ਉਹੋ ਜੀ ਮੰਗ ਹੈ। ਹੁਣ ਸਾਡੇ ਵਰਗਿਆਂ ਨੂੰ ਕੋਈ ਪੁੱਛੇ ਕਿੱਥੇ, ਡਿਜ਼ਨੀਲੈਂਡ, ਹੁਣ ਕਿੱਥੇ ਜਾਣਾ ਚਾਹੁੰਦਾ? ਫਲਾਣੀ ਥਾਂ ਤੇ। ਬਾਬਾ ਜੀ ਕੈਨੇਡਾ ਭੇਜ ਦਿਓ, ਅਮਰੀਕਾ ਭੇਜ ਦਿਓ, ਆਸਟ੍ਰੇਲੀਆ ਚਲੇ ਜਾਵਾਂ। ਲੈ ਸਾਡੀਆਂ ਤੇ ਆ ਮੰਗਾਂ ਨੇ। ਉੱਥੇ ਵਾਲਿਆਂ ਨੂੰ ਪੁੱਛੋ, ਉਹ ਕਹਿੰਦੇ ਇੰਡੀਆ ਜੀ ਇਹ ਫਾਰਮ ਹਾਊਸ ਬਣਾਵਾਂਗੇ, ਉੱਥੇ ਵਰਗੀ ਜ਼ਿੰਦਗੀ ਨਹੀਂ। ਦੁਬਦਾ ਚਾਹਨਾ ਦੁਨੀਆ, ਟਿਕਾ ਹੈ ਕਿਸੇ ਨੂੰ? ਅਮਰੀਕਾ ਵਾਲਿਆਂ ਨੂੰ ਪੁੱਛੋ, ਉਹ ਕਹਿੰਦੇ ਅਸੀਂ ਬਸ ਮੂਵ ਕਰਨਾ ਇੰਡੀਆ। ਇੰਡੀਆ ਵਾਲਿਆਂ ਨੂੰ ਪੁੱਛੋ, ਆਸਟ੍ਰੇਲੀਆ ਜਾਣਾ। ਘੁੰਮੀ ਫਿਰਦੀ ਦੁਨੀਆ ਭਰ ਕਿਸੇ ਕੋਲ ਟਿਕਾ ਨਹੀਂ। ਕੋਠੀ ਵਾਲਾ ਕੱਚੇ ਕੋਠਿਆਂ ਵੱਲ ਵੇਖਦਾ ਵੀ ਉੱਥੇ ਫੋਟੋ ਸ਼ੂਟ ਕਰਾ ਲਈਏ, ਤੇ ਕੱਚੇ ਕੋਠੀ ਵਾਲਾ ਕਹਿੰਦਾ ਹਾਏ ਹਾਏ 2 ਮੰਜ਼ਲੀ ਪੈ ਜੇ। ਗੱਡੀ ਵਾਲਾ 10 ਲੱਖ ਦੀ, 50 ਲੱਖ ਦੀ, ਕਰੋੜ ਦੀ ਗੱਡੀ ਘਰ ਖੜੀ, ਉਹ ਸਾਈਕਲ ਕਢਾਈ ਫਿਰਦਾ, ਕਹਿੰਦਾ ਸੈਰ ਕਰਾਂ। ਤੇ ਸਾਈਕਲ ਵਾਲਾ ਫਿਕਰ ਕਰਦਾ ਹਾਏ ਹਾਏ ਇਹੋ ਜਿਹੀ ਗੱਡੀ ਹੋਵੇ ਨਾ, ਨਜ਼ਾਰਾ ਆਇਆ ਜੀ। ਹੈ ਕਿਸੇ ਨੂੰ ਸ਼ਾਂਤੀ? ਹੈ ਟਿਕਾ ਕਿਸੇ ਕੋਲ? ਨਹੀਂ ਨਾ। ਕਹਿੰਦੇ ਮੇਰੇ ਸਤਿਗੁਰੂ ਬੜੇ ਪਿਆਰ ਚ ਪੁੱਛਦੇ ਆ, ਤੇ ਭਾਈ ਮਰਦਾਨਾ ਅੰਦਰੋਂ ਸ਼ਾਂਤ ਪੁਰਸ਼ ਨੇ, ਇਕਾਗਰਤਾ ਚ। ਕਹਿੰਦੇ ਬਾਬਾ ਇਹੋ ਜੀ ਥਾਂ ਲੈ ਕੇ ਚੱਲੋ ਜਿੱਥੇ ਆਨੰਦ ਵੱਧ ਜੇ, ਸਤ ਸੰਗ ਹੋਵੇ। ਮਹਾਰਾਜ ਕਹਿੰਦੇ ਚੱਲ ਮਰਦਾਨੇ। ਚੱਲਦੇ ਚੱਲਦੇ ਇੱਕ ਪਹਾੜ ਕੋਲ ਆ ਗਏ। ਹੇਮਕੁੰਡ ਸਾਹਿਬ ਦੀ ਜਿਹੜੀ ਤੀਜੀ ਚੋਟੀ ਆ ਨਾ, ਜਿਹਦੇ ਬਾਰੇ ਮਹਾਰਾਜ ਕਹਿੰਦੇ ਸਪਤ ਸ੍ਰਿੰਗ ਸੋਭਤ ਹੈ ਤਾਹਾਂ, ਉਸ ਚੋਟੀ ਤੇ ਚੜੀਏ। ਸਾਹਮਣੇ ਦਿਸਦਾ ਹੈ ਹਾਥੀ ਪਰਬਤ, ਚਾਈਨਾ ਵਾਲੇ ਪਾਸੇ। ਚਾਈਨਾ ਦੀ ਦੀਵਾਰ ਪਿਛਲੇ ਪਾਸੇ ਦੀ ਜਾ ਰਹੀ ਹੈ। ਉਹਦੇ ਕੋਲ ਇੱਕ ਪਰਬਤ ਹੈ ਜਿੱਥੇ ਹੁਣ ਸਤਿਗੁਰੂ ਜਾਣ ਲੱਗੇ ਆ। ਅੱਜ ਇਹ ਥਾਵਾਂ ਆਇਡੈਂਟੀਫਾਈ ਹੋ ਚੁੱਕੀਆਂ ਨੇ, ਪਰ ਅਜੇ ਤੇ ਸਾਡੀ ਕੌਮ ਇੱਥੇ ਡਾਂਗੋ ਡਾਂਗੀ ਹੋਈ ਨਾ, ਉੱਥੇ ਕੀ ਕਰਨਾ? ਜਿੱਥੇ ਗੁਰਦੁਆਰਾ ਬਣਾ ਲਓ, ਨਾਲ ਦਾ ਭਾਈਚਾਰਾ ਮੰਦਿਰ ਖੋਲ ਲੈਂਦਾ, ਉੱਥੇ ਪਤਾ ਉਹਨਾਂ ਨੂੰ ਵੀ ਇਹਨਾਂ ਕੋਲ ਸਿਰਫ ਡਾਂਗਾ ਸੋਟੇ ਨੇ, ਜਕਾਰੇ ਨੇ, ਕਰਨਾ ਇਹਨਾਂ ਨੇ ਕੁਛ ਨਹੀਂ। ਆਹ 3 ਮਹੀਨੇ ਜਿਹੜੇ ਇਲੈਕਸ਼ਨ ਦੇ ਆਉਣਗੇ ਨਾ, ਵੇਖੀ ਜਾਇਓ ਸਿੱਖ ਕੀ ਸਵਾੜ ਹੁੰਦੇ। ਕੋਈ ਸਟੇਜ ਤੋਂ ਡਿੱਗ ਜੇ ਤਾਂ ਬੋਲੇ ਸੋਹਣੇ ਹਾਲ, ਕੋਈ ਗੱਪ ਮਾਰਦੇ ਤਾਂ ਜਕਾਰਾ। ਦੱਸ ਸਿੱਖੀ ਨੂੰ ਕਿਹੜੇ ਪਾਸੇ ਲਈ ਫਿਰਦੇ? ਤੇ ਲੋਕ ਵੇਖਦੇ ਸਾਡੇ ਕਣੀ ਵੀ ਆਹ ਉਹ ਚੜ੍ਹਦੀ ਕਲਾ ਵਾਲੇ ਪੰਜਾਬ ਦੇ ਸੂਰਮੇ ਜਿਹਨਾਂ ਅਫਗਾਨ ਹਲਾਇਆ ਸੀ, ਇਹ ਗੱਪਾਂ ਤੇ ਜਕਾਰੇ ਛੱਡੀ ਜਾਂਦੇ ਆ। ਇੱਥੇ ਪਹੁੰਚ ਚੁੱਕੇ ਹਾਂ ਅਸੀਂ। ਹੁਣ ਗੁਰੂ ਸਾਹਿਬ ਜਾ ਰਹੇ ਆ। ਭਾਈ ਮਰਦਾਨੇ ਨੂੰ ਮਰਦ ਕਹਿੰਦੇ ਮਰਦਾਨਿਆ ਸਿੱਧਾ ਕੋਲੋਂ ਆ ਗਏ ਆ, ਤੂੰ ਦੱਸ ਕਿਹਦੇ ਕੋਲ ਜਾਣਾ ਹੈ?
ਕਹਿੰਦੇ ਬਾਬਾ ਐਸੇ ਮਨੁੱਖ ਨੂੰ ਮਿਲਾ ਦਿਓ ਜੋ ਅੱਜ ਤੱਕ ਮਰਿਆ ਨਾ ਹੋਵੇ। ਆਖੋ ਸਤਿਨਾਮ। ਵਾਹ ਕਿਆ ਮੰਗ ਹੈ। ਇੱਥੇ ਹੈ ਕੋਈ ਵੀ ਅੱਜ ਤੱਕ ਕੋਈ ਸਾਜੁਗ ਦਾ ਬੈਠਾ ਹੋਵੇ ਦੁਆਪਰ ਦਾ, ਚਲੋ ਛੱਡੋ, ਕੋਈ ਸਾਡੇ 'ਚ 150-60 ਸਾਲ ਦਾ ਬੈਠਾ ਹੋਵੇ, ਨਹੀਂ ਹੁੰਦਾ, ਚਲੇ ਜਾਂਦਾ। ਪਰ ਭਾਈ ਮਰਦਾਨਾ ਕਹਿੰਦੇ ਮਰਜ ਮੈਂ ਕਿਸੇ ਚਿਰੰਜੀਵੀ ਨੂੰ ਮਿਲਣਾ ਚਾਹੁੰਦਾ। ਚਿਰੰਜੀਵੀ ਤੋਂ ਭਾਵ ਜੋ ਮਰਿਆ ਹੀ ਕਦੇ ਨਹੀਂ, ਜਨਮ ਲੈ ਲਿਆ ਪਰ ਮੌਤ ਨਹੀਂ ਆਈ। ਅੱਜ ਤੱਕ ਦੁਨੀਆ ਤੇ ਕੋਈ ਐਸਾ ਹੈ ਹੀ ਨਹੀਂ। ਵੱਧ ਤੋਂ ਵੱਧ ਵਰਲਡ ਰਿਕਾਰਡ ਹੋ ਕਿਸੇ ਦਾ 130 ਸਾਲ, 125 ਸਾਲ, 140-45, ਉਹ 150 ਤੇ ਵੀ ਚਲੇ ਜਾਊ ਕੋਈ, ਚਲੋ ਮੰਨ ਲਓ ਦੁਨੀਆ 'ਚ ਹੋ ਸਕਦਾ ਹੈ, ਕਿਉਂਕਿ ਸਾਰੇ ਗਿਣਜ ਬੁੱਕ 'ਚ ਥੋੜਾ। ਪਰ ਕਦੇ ਕੋਈ ਐਸਾ ਹੋਇਆ ਜੋ ਸਾਜੋਗ ਤੋਂ ਵੀ ਪਹਿਲਾਂ ਦਾ ਹੋਵੇ, ਕਦੇ ਮਰਿਆ ਨਾ ਹੋਵੇ। ਹਰ ਜਾ ਸਕੇ ਕਹਿੰਦੇ ਚੱਲ ਮਰਦਾਨਿਆ ਤੇਰੀ ਇੱਛਾ ਪੂਰੀ ਕਰੀਏ। ਕਾਕ ਪਸੁੰਡ ਬੈਠੀ ਜਹਾਂ ਪੰਖਣ ਵਿਖੇ ਮਹਾਨ। ਕਹਿੰਦੇ ਬਾਬਾ ਕਿੱਥੇ ਲੈ ਕੇ ਜਾਓਗੇ? ਸਤਿਗੁਰ ਕਹਿੰਦੇ ਉਸ ਪਰਬਤ ਤੇ ਲੈ ਕੇ ਜਾਵਾਂਗੇ ਜਿੱਥੇ ਮਹਾਨ ਯੋਗੀ ਬੈਠੇ ਨੇ, ਕਾਗ ਪਸੁੰਡ। ਹੁਣ ਇਹਦੇ ਬਾਰੇ ਨਾ ਕਈ ਤਰ੍ਹਾਂ ਦੀਆਂ ਕਥਾਵਾਂ ਨੇ। ਹੁਣ ਇੱਕ ਤੇ ਬੜੇ ਸਰਲ ਤਰੀਕੇ ਦੀ ਕਥਾ ਹੈ ਜੋ ਅੱਜ ਦੇ ਸਮੇਂ ਨਾਲ ਸਮਝਣ ਵਾਲੀ ਹੈ। ਇੱਕ ਮੈਥੋਲੋਜੀ, ਪੁਰਾਣੇ ਸਿਸਟਮ 'ਚ ਜਾ ਕੇ ਵੇਖੀਏ, ਕਾਕ ਪਸੁੰਡ ਦਾ ਮਤਲਬ, ਕਾਕ ਮਤਲਬ ਕਾਂ, ਕਾਂ ਹੋ ਗਿਆ, ਪਸੁੰਡ ਉਹਦਾ ਨਾਮ ਹੋ ਗਿਆ, ਵੀ ਕਾਵਾਂ ਦਾ ਰਾਜਾ ਕਾਕ ਪਸੁੰਡ। ਹੁਣ ਜੇ ਇਸ ਗੱਲ ਦਾ ਮਿਕਸਰ ਕਰਤਾ ਤੁਹਾਡੇ ਪੱਲੇ ਕੱਖ ਵੀ ਨਹੀਂ ਪੈਣਾ। ਜੇ ਮੈਂ ਇੱਧਰ ਉੱਧਰ ਦੀ ਸੁਣਾਤੀ ਫਿਰ ਗੱਪ ਕਹਾਣੀ ਬਣ ਜਾਣੀ ਵੀ ਲੈ ਕਾਂ ਵੀ ਭਗਤੀ ਕਰਦੇ ਹੁੰਦੇ, ਕਦੇ ਕਾਵਾਂ ਦੀਆਂ ਵੀ ਉਮਰਾਂ ਹੁੰਦੀਆਂ। ਹਾਂ ਬੜਾ ਕੁਝ ਹੈ, ਕਿਉਂਕਿ ਸਮਾਂ ਸਮਾਪਤੀ ਦੇ ਨੇੜੇ ਜਾ ਰਿਹਾ। ਕਾਕ ਪਸੁੰਡ ਇੱਕ ਬੜੀ ਮਹਾਨ ਰੂਹ ਹੈ ਜਿਹਦੀ ਜ਼ੁਬਾਨ, ਜਿਹਦਾ ਮੁਖ ਕਾਂ ਵਰਗਾ ਏ, ਰੰਗ ਕਾਲਾ ਏ, ਪਰ ਹੈ ਮਨੁੱਖ ਹੈ, ਬੰਦਗੀ ਵਾਲਾ ਸਾਧੂ। ਕਾਕ ਪਸੁੰਡ ਕਿਹਦਾ ਰਾਜਾ ਹੈ? ਪੰਛੀਆਂ ਦਾ। ਪੰਛੀਆਂ ਨਹੀਂ ਸੰਸਾਰੀ, ਇਹ ਅਵਸਥਾ ਕਰਕੇ ਜ਼ਿਕਰ ਆ ਰਿਹਾ। ਕਹਿੰਦੇ ਉਹ ਪੰਛੀ ਜੋ ਉੱਚੀਆਂ ਪਰਬਤਾਂ ਤੇ ਰਹਿੰਦੇ ਆ, ਰੱਬ ਰੱਬ ਕਰਦੇ ਆ, ਯੋਗੀਆਂ ਵਾਂਗ ਚੌਂਕੜੇ ਰੱਖਦੇ ਨੇ। ਚੌਪਈ ਬੋ ਬਿਹੰਗ ਹੈ ਅਨਗਨ ਜਿਹੇਵਾ ਕਾਕ ਪਸੁੰਡ ਬਿਰਾਜਿਤ ਹੇਵਾ। ਗੱਲਾਂ ਕਰਦੇ ਜਾ ਰਹੇ ਨੇ। ਸਤਿਗੁਰੂ ਕਹਿੰਦੇ ਕਾਗ ਪਸੁੰਡ ਭਾਈ ਉੱਚੀ ਥਾਂ ਤੇ ਰਹਿੰਦਾ ਏ, ਲੱਖਾਂ ਪੰਛੀ ਉਹਦੇ ਕੋਲ ਰਹਿੰਦੇ ਆ। ਮੈਂ ਬੜੀ ਵਾਰ ਬੇਨਤੀ ਕੀਤੀ ਹੈ ਵੀ ਇਹਨੂੰ ਨਾ ਦੁਨੀਆ ਸਮਝੋ ਜੋ ਅਸੀਂ ਕੱਲੀ ਦੇਖਦੇ ਫਿਰਦੇ, ਵੀ ਅੱਖਾਂ ਨਾਲ ਦੇਖ ਗਿਆ ਤੇ ਦੁਨੀਆ ਇਹ ਤੇ ਵਿਜ਼ੀਬਲ ਹੈ। ਜੋ ਅਸੀਂ ਦੇਖ ਰਹੇ ਹਾਂ ਇਨਵਿਜ਼ੀਬਲ ਕਿੰਨਾ ਕੁਛ ਹੈ ਜੋ ਅੱਖਾਂ ਦੀ ਪਹੁੰਚ ਵਿੱਚ ਹੀ ਨਹੀਂ। ਨਾ ਅੱਜ ਹੈ, ਨਾ ਕੱਲ ਹੈ, ਨਾ ਕਦੇ ਆਉਣਾ, ਬੰਦਾ ਵੇਖ ਹੀ ਨਹੀਂ ਸਕਦਾ। ਜਿੰਨਾ ਗੁਪਤ ਰੂਹਾਂ, ਪੋਜ਼ਿਟਿਵ ਨੈਗੇਟਿਵ, ਗੁਰਬਾਣੀ ਲਿਖ ਰਹੀ ਹੈ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਹ 'ਚ ਦੱਸੋ ਕਿਹਨੇ ਵੇਖੇ ਆ? ਦਿਸਦੇ ਆ ਪਰ ਹੈ ਸਾਰਿਆਂ ਦੇ ਵਿੱਚ ਵਿਚਰਦੇ ਆ। ਬੜਾ ਕੁਝ ਸੰਸਾਰ ਵਿੱਚ ਐਸਾ, ਬੜਾ ਕੁਝ ਸੰਸਾਰ ਵਿੱਚ ਐਸਾ ਜੋ ਅੱਖਾਂ ਦੀ ਪਹੁੰਚ ਤੋਂ ਦੂਰ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਆਖਦੇ, ਕਹਿੰਦੇ ਭਾਈ ਉਹਦਾ ਨਾਂ ਹੈ ਕਾਗ ਪਸੁੰਡ, ਪੰਛੀਆਂ ਦਾ ਰਾਜਾ। ਹੁਣ ਕਾਂ ਉਹਦਾ ਨਾਂ ਕਿਉਂ ਹੈ? ਜੇ ਕਾਂ ਮਰੇ ਨਾ ਕਿਸੇ ਘਟਨਾ ਕਰਕੇ, ਧਾਰਮਿਕ ਸ਼ਾਸਤਰ ਕਹਿੰਦੇ ਆ, ਰਾਜਨੀਤੀ ਕਹਿੰਦੀ ਹੈ, ਜੋ ਰਾਜਨੀਤੀ ਦੇ ਸ਼ਾਸਤਰ ਨੇ, ਚਾਣਕਿਆ ਵਰਗੇ, ਕਾਂ ਇੱਕ ਐਸਾ ਪੰਛੀ ਹੈ ਜਿਹਦੀ ਉਮਰ ਲੱਖਾਂ ਸਾਲਾਂ ਦੀ ਹੈ। ਜੇ ਕਾਂ ਬਿਜਲੀ ਦੀ ਤਾਰ ਤੇ ਨਾ ਬੈਠੇ, ਕੋਈ ਰੋਗ ਨਾ ਲੱਗੇ, ਬਿਮਾਰੀ ਨਾ ਹੋਵੇ, ਤੇ ਲੱਖ ਲੱਖ ਸਾਲ ਇਹਦੀ ਉਮਰ ਹੈ। ਕਾਂ ਤੇ ਸੱਪ ਦੀ ਵਿਰਲਾ ਹੀ ਹੁੰਦੇ ਆ, ਕੋਈ ਉਹ ਪਹੁੰਚਦਾ ਉਸ ਸਟੇਜ ਤੇ। ਕਹਿੰਦੇ ਇਹ ਸਾਧੂ ਰਿਸ਼ੀ ਦਾ ਨਾਂ ਸੀ ਕਾਕ ਪਸੁੰਡ, ਕਾਵਾਂ ਦਾ ਰਾਜਾ। ਤੇ ਬਾਕੀ ਜਿਹੜੇ ਪੰਛੀ ਸੀ ਹੋਰ ਵੀ ਕਈ ਤਰ੍ਹਾਂ ਦੇ ਸੀ, ਪਰ ਉਹ ਜਿੰਨੇ ਵੀ ਨੇ ਸਤਸੰਗ ਕਰਦੇ ਆ ਜੀ, ਨਾਮ ਜਪਦੇ ਆ, ਰੱਬ ਦੀ ਕਚਹਿਰੀ ਉਹ ਲਾ ਕੇ ਬੈਠਦੇ ਆ ਵੀ ਪਰਮਾਤਮਾ ਇਦਾਂ ਬਹਿੰਦਾ ਏ, ਉਹਦੇ ਪਿਆਰੇ ਇਦਾਂ ਬੈਠਦੇ, ਕਾਗ ਪਸੁੰਡ ਨਾਮ ਜਪਾਉਂਦੇ ਆ। ਹੈ ਰਿਸ਼ੀ ਹੈ ਸਾਧੂ ਹੈ, ਪਰ ਕਿਸੇ ਸ਼ਰਾਫ ਕਰਕੇ ਉਹ ਕਾਂ ਦੀ ਜੂਨ 'ਚ ਪਿਆ ਹੋਇਆ ਇਸ ਪਾਸੇ। ਹੁਣ ਤੁਸੀਂ ਆਪ ਵੇਖੋ ਤੇ ਕਿੱਡੇ ਭਾਗ ਵੱਡੇ ਹੋਣਗੇ ਜਿਹਨੂੰ ਆਪ ਗੁਰੂ ਬਾਬਾ ਜੀ ਮਿਲਣ ਜਾ ਰਹੇ ਆ। ਛੋਟੀ ਖੁਦਾਈ ਹੋਊਗੀ, ਮਹਾਨ ਰੂਹ ਹੋਣੀ ਨਾ। ਗੁਰੂ ਨਾਨਕ ਸਾਹਿਬ ਕਹਿੰਦੇ ਚੱਲ ਮਰਦਾਨਿਆ ਤੈਨੂੰ ਉਹਨਾਂ ਦੀ ਸੰਗਤ ਵਿੱਚ ਲੈ ਚੱਲੀਏ। ਕਹਿੰਦੇ ਬਾਬਾ ਜੀ ਚਲੋ। ਬਾਬਾ ਅਸਾਂ ਵੀ ਵੇਖਣਾ ਹੈ। ਮਰਦ ਕਹਿੰਦੇ ਲੱਖਾਂ ਸਾਲਾਂ ਦੀ ਉਮਰ ਹੈ ਕਾਗ ਪਸੁੰਡ ਦੀ,
ਵੇਖੀ ਕਿਤੇ ਦੇਖ ਕੇ ਸ਼ੰਕਾ ਨਾ ਕਰ ਲਵੀਂ, ਆਖੋ ਸਤਿਨਾਮ ਸ਼ੰਕਾ ਨਾ ਕਰੀ। ਉਮਰ ਬਹੁਤ ਵੱਡੀ ਹੈ। ਚੱਲ ਪਏ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਸੁਣਾਉਂਦੇ, ਕਹਿੰਦੇ ਸਾਹਿਬ ਜੀਓ ਅੱਗੇ ਸੁਣੋ। ਕਈ ਪਹਾੜਾਂ ਨੂੰ ਚੀਰਦੇ ਚੀਰਦੇ, ਬਰਫਾਂ ਨੂੰ ਚੀਰਦੇ ਇੱਕ ਐਸੀ ਚੋਟੀ ਤੇ ਪਹੁੰਚੇ ਜੋ ਗੋਲਾਕਾਰ ਸੀ। ਉਹ ਚੋਟੀ ਵਿੱਚ ਵਿਚਕਾਰ ਤੋਂ ਏਦਾਂ ਜਿੱਦਾਂ ਕੋਈ ਬਹੁਤ ਵੱਡਾ ਮੈਦਾਨ ਹੁੰਦਾ ਹੈ, ਫੁੱਟਬਾਲ ਦਾ ਮੈਦਾਨ ਲਾ ਲਓ, ਏਦਾਂ ਪਲੇਨ ਹੀ ਬਰਫ਼ ਜੰਮੀ ਹੈ। ਉਸ ਪੱਧਰੇ ਇਲਾਕੇ ਦੇ ਵਿੱਚ ਕਾਗ ਪਸੁੰਡ ਬੈਠੇ ਆ, ਤਨ ਤੇ ਕਪੜਾ ਕੋਈ ਨਹੀਂ, ਬੰਦਗੀ ਵਾਲੇ ਸਾਧੂ ਨੇ, ਬਰਫਾਂ ਵਿੱਚ ਸਰੀਰ ਸੁੱਕ ਚੁੱਕੇ ਹਨ। ਬੈਸਿਓ ਆਪ ਸਭਿਨ ਕੇ ਮਾਹੀ। ਆਏ ਗੁਰੂ ਸਾਹਿਬ ਪਿੱਛੇ ਆ ਕੇ ਖੜ ਗਏ। ਜਿਵੇਂ ਹੁਣ ਆਪਾਂ ਬੈਠੇ ਆ ਸੰਗਤ ਦੇ ਵਿੱਚ, ਇੱਥੇ ਕਥਾ ਤੇ ਬੈਠੇ ਆ ਦੋ ਸੁਣਾਉਣ ਵਾਲੇ, ਤੁਸੀਂ ਸੰਗਤ ਰੂਪ ਚ ਬੈਠੇ ਹੋ, ਕੋਈ ਮਹਾਂਪੁਰਖ ਪਿੱਛੇ ਆ ਕੇ ਬੰਦਗੀ ਵਾਲੀ ਰੂਹ ਖੜ ਜੇ, ਤੁਸੀਂ ਤਾਂ ਨਹੀਂ ਵੇਖਿਆ, ਪਰ ਸਾਹਮਣੇ ਜਿਹੜੇ ਬੈਠੇ ਉਹਨਾਂ ਦੀ ਨਜ਼ਰ ਪੈਂਦੀ ਗੇਟ ਤੇ ਕੌਣ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਆ ਕੇ ਬੈਠੇ ਨਾ, ਕਾਗ ਪਸੁੰਡ ਦਾ ਮੁੱਖ ਮਹਾਰਾਜ ਵਾਲੇ ਪਾਸੇ ਸੀ, ਬਾਕੀ ਸੰਗਤ ਬੈਠੀ ਸਾਰੀ ਉਹਨਾਂ ਦੀ ਸੰਗਤ। ਪੰਛੀ ਬੈਠੇ ਆ, ਲੱਖਾਂ ਲੱਖਾਂ ਸਾਲਾਂ ਦੀਆਂ ਉਮਰਾਂ ਨੇ, ਹਜ਼ਾਰਾਂ ਸਾਲਾਂ ਦੀਆਂ, ਲੱਖਾਂ ਸਾਲਾਂ ਦੀਆਂ। ਜੇ ਮੈਂ ਕਰੋੜ ਸਾਲ ਵੀ ਕਹਿ ਦਿਆਂ ਤੇ ਕੋਈ ਆਤਰ ਕਥਨੀ ਨਹੀਂ। ਸੁਣ ਲਿਓ ਕੱਲ ਨੂੰ ਕੀ ਆਉਣਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚੁੱਪ ਕਰਕੇ ਖੜੇ ਰਹੇ, ਹੱਥ ਜੋੜ ਲਏ। ਭਾਈ ਬਾਲਾ ਮਰਦਾਨਾ ਮਹਾਰਾਜ ਨਾਲ ਖੜੇ ਆ, ਦੇਖਦੇ ਆ, ਕਹਿੰਦੇ ਕਾਗ ਪਸੁੰਡ ਅੱਗੇ ਅੱਗੇ ਨਾਮ ਜਪਦੇ, ਹਰੀ 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 ਹਰੀ, ਰਾਮ 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 ਜਪਦੇ। ਸਾਰੇ ਪੰਛੀ ਪਿੱਛੇ ਪਿੱਛੇ ਜਾਂਦੇ ਆ। ਹੁਣ ਕੋਈ ਰਾਮ ਜੀ ਮਾਫ ਕਰਿਓ, ਰੱਬ ਦਾ ਨਾਮ ਰਾਮ ਹੈ ਜੋ ਰਮਿਆ ਹੋਇਆ ਹੈ। ਇਹ ਕੋਈ ਤ੍ਰੇਤੇ ਵਾਲੇ ਰਾਮ ਨਹੀਂ। ਜੇ ਤ੍ਰੇਤੇ ਵਾਲੇ ਰਾਮ ਜੀ ਰਾਮ ਨੇ ਮੰਨ ਲਓ, ਫਿਰ ਸਤਜੁਗ ਦੇ ਵਿੱਚ ਪ੍ਰਹਿਲਾਦ ਜੀ ਕਿਹਨੂੰ ਕਹਿੰਦੇ ਸੀ? ਰਾਮ ਰਾਮ ਰਾਮ। ਉਹ ਕਿਹੜਾ ਸੀ? ਇਹ ਉਹੀ ਨੇ ਜੋ ਸਤਜੁਗ ਵਿੱਚ ਚੇਤੇ ਕਰਦੇ ਸੀ, ਰਾਮ ਰਾਮ ਯਾਦ ਕਰਦੇ ਆ। ਲੰਮੀ ਹੇਕ ਵਿੱਚ ਚਲੇ ਜਾਂਦੇ ਆ ਕਾਗ ਪਸੁੰਡ, ਸਵਾਦ ਛੱਡਦੇ ਆ, ਫਿਰ ਰਾਮ 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 ਬੋਲਦੇ ਆ। ਕਹਿੰਦੇ ਬਾਕੀ ਪੰਛੀ ਸੁਣਦੇ ਆ, ਉਹ ਕਥਾ ਸੁਣਾਉਂਦੇ ਆ, ਫਿਰ ਵਿੱਚ ਵਿੱਚ ਆਪਣੀ ਬੋਲੀ 'ਚ। ਗੁਰੂ ਨਾਨਕ ਸਾਹਿਬ ਬੋਲੀਆਂ ਦੇ ਮੁਤਾਜ ਨਹੀਂ। ਆ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਨਾ, ਬ੍ਰਹਮ ਗਿਆਨੀ ਕਿਹਨੂੰ ਕਹਿੰਦੇ ਆ? ਬ੍ਰਹਮ ਗਿਆਨੀ ਕਿਸੇ ਬੋਲੀ ਦਾ ਮੁਤਾਜ ਨਹੀਂ। ਉਹ ਜਿਹੜੇ ਥਾਂ ਜਾਂਦੀ ਉਹੀ ਬੋਲੀ 'ਚ। ਜੇ ਮਰ ਜਾ ਵਿਦੇਸ਼ ਗਏ, ਅਰਬੀ 'ਚ ਗੱਲ ਕੀਤੀ ਹੈ, ਸਪੇਨ ਗਏ ਆ, ਸਪੈਨਿਸ਼ ਵਿੱਚ ਗੱਲ ਕੀਤੀ ਹੈ। ਜੇ ਸਤਿਗੁਰੂ ਨੇਪਾਲ 'ਚ ਗਏ, ਨੇਪਾਲੀ ਬੋਲੀ 'ਚ ਗੱਲ ਕਰਦੇ ਰਹੇ। ਚਾਈਨਾ ਗਏ, ਚਾਈਨਾ ਦੀ ਬੋਲੀ 'ਚ ਗੱਲ ਕੀਤੀ ਹੈ। ਆ ਬੰਗਾਲ ਵਾਲੇ ਪਾਸੇ ਪਿੱਛੋਂ ਆਪ ਜੀ ਨੇ ਸੁਣਿਆ ਨਾ, ਢਾਕਾ ਬੰਗਾਲ, ਢਾਕੇ ਦੀ ਬੋਲੀ 'ਚ ਗੱਲ ਕਰਦੇ ਰਹੇ, ਬੰਗਾਲ ਦੀ ਬੋਲੀ 'ਚ। ਤੁਸੀਂ ਕਹੋਗੇ ਕਿਵੇਂ? ਗੁਰਬਾਣੀ ਪੜ੍ਹ ਕੇ ਵੇਖੋ ਕਿੰਨੀਆਂ ਭਾਸ਼ਾਵਾਂ ਨੇ, ਕਿਹਦਾ ਮਰਦ ਨੇ ਜ਼ਿਕਰ ਕੀਤਾ ਹੋਇਆ, ਕਿਸ ਕਿਸ ਬੋਲੀ 'ਚ ਭਗਤਾਂ ਨੇ ਵੀ ਸ਼ਬਦ ਉਚਾਰੇ ਹੋਏ ਆ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਿੱਛੇ ਖੜੇ ਰਹੇ, ਸ਼ਾਂਤ ਚਿੱਤ, ਤੇ ਭਾਈ ਮਰਦਾਨੇ ਦੇ ਮੋਢੇ ਤੇ ਰਬਾਬ ਰੱਖੀ ਹੋਈ ਹੈ। ਕਹਿੰਦੇ ਦ੍ਰਿਸ਼ ਵੇਖਦੇ ਜਿੱਥੋਂ ਤੱਕ ਨਜ਼ਰ ਜਾਂਦੀ ਹੈ, ਚੌਂਕੜੇ ਲੱਗੇ ਬੰਦਗੀ ਵਾਲੀਆਂ ਰੂਹਾਂ ਦੇ ਸਾਹਮਣੇ। ਇੱਕ ਮਹਾਂਪੁਰਖ ਬੈਠਾ ਹੈ, ਚਿੱਟਾ ਰੰਗ ਦੁਧੀਆ, ਚਿੱਟੀ ਬਰਫ਼ ਦੇ, ਅੱਖਾਂ ਬੰਦ ਨੇ, ਰੱਬ ਦੇ ਰੰਗਾਂ ਵਿੱਚ ਭਿੱਜ ਕੇ ਰੱਬ ਦੀ ਸਿਫਤ ਗਾਉਂਦਾ ਏ। ਉਚਰਤ ਕਥਾ ਪ੍ਰੇਮ ਔਰ ਜਾਹੀ। ਆਖਰਕਾਰ ਕਹਿੰਦੇ ਉਹਨਾਂ ਸਿਮਰਨ ਬੰਦ ਕੀਤਾ, ਪ੍ਰੇਮ 'ਚ ਕਥਾ ਗਾਉਂਦੇ ਰੱਬ ਦੀ। ਕਿਤੇ ਰੱਬ ਬੇਅੰਤ ਹੈ, ਡਾਢਾ ਹੈ, ਉਹਨੂੰ ਜਿੱਥੇ ਯਾਦ ਕਰੀਏ, ਕਾਗ ਪਸੁੰਡ ਕਹਿੰਦੇ ਉਹ ਉੱਥੇ ਹੀ ਆ ਜਾਂਦਾ। ਸਤਿਨਾਮ। ਆ ਬਚਨ ਸੀ, ਸੋ ਸਮਾਂ ਸਮਾਪਤ ਹੈ ਭਾਈ। ਜਿਵੇਂ ਮਹਾਰਾਜ ਕਿਰਪਾ ਕਰਨਗੇ, ਬੜੇ ਆਨੰਦਮਈ ਕਥਾ ਗੁਰੂ ਸਾਹਿਬ ਦੀ ਚੱਲ ਰਹੀ ਹੈ। ਸਿੱਧਾਂ ਦੀ ਕਥਾ ਦਾ ਆਨੰਦ ਅਲੱਗ ਸੀ, ਇਸ ਕਥਾ ਦਾ ਅਲੱਗ ਹੈ, ਕਿਉਂਕਿ ਹਰ ਇੱਕ ਕਥਾ ਦਾ, ਹਰ ਪ੍ਰਸੰਗ ਦਾ ਅਲੱਗ ਅਲੱਗ ਟੇਸਟ ਹੈ। ਤੇ ਕਥਾ ਤੇ ਗੁਰੂ ਨਾਨਕ ਸਾਹਿਬ ਦੀ ਬਸ ਇਹ ਕਹਿ ਲਓ ਵੀ ਅੰਮ੍ਰਿਤ ਹੀ ਚੱਲਦਾ ਹੈ। ਜਿੱਥੇ ਗੁਰੂ ਸਾਹਿਬ ਦੀ ਸਿਫਤ ਹੋ ਜੇ, ਗੁਰੂ ਦੀ ਮਹਿਮਾ ਹੋ ਜੇ, ਵੀ ਉੱਥੇ ਹੋਰ ਕੀ ਹੋ ਸਕਦਾ ਹੈ? ਉਹ ਤੋਂ ਵੱਡਾ ਕੀ ਹੋ ਸਕਦਾ ਹੈ? ਸੋ ਇਹ ਦਿਨ ਚੱਲ ਰਹੇ ਆ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਛੋਟੇ ਛੋਟੇ ਲਾਲ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਦਾਦੀ ਗੁਜਰ ਕੌਰ ਜੀ। ਜਦੋਂ ਉਹਨਾਂ ਨੂੰ ਲਿਆ ਕਰਕੇ ਸਰਹੰਦ ਦੇ ਬੁਰਜ ਵਿੱਚ ਕੈਦ ਕੀਤਾ, ਜੋ ਹੰਸਲਾ ਨਦੀ ਦੇ ਕੰਢੇ ਤੇ ਬਣਿਆ, ਪਾਪੀ ਵਜ਼ੀਰ ਖਾਨ ਜਿਹਨੇ ਪਾਪ ਕਮਾਇਆ, ਅੱਜ ਦੇ ਦਿਨ ਪਹਿਲੀ ਕਚਹਿਰੀ ਲੱਗੀ, ਸਿਪਾਹੀ ਆਏ। ਦਾਦੀ ਜੀ ਨੇ ਆਪਣੇ ਪੋਤਿਆਂ ਨੂੰ ਬੜੇ ਪਿਆਰ ਨਾਲ ਗਲਵਕੜੀ 'ਚ ਲਿਆ, ਮੱਥਾ ਚੁੰਮਿਆ ਕਿ ਆ ਪੁੱਤਰੋ, ਦਾਦੇ ਦੀ ਪੱਗ ਨੂੰ ਦਾਗ ਨਾ ਲੱਗ ਜੇ, ਸਿਰਫ ਇੱਕ ਸ਼ਬਦ। ਬਾਬਾ ਫਤਿਹ ਸਿੰਘ ਆਖਣ ਲੱਗੇ, ਦਾਦੀ ਚਿੰਤਾ ਨਾ ਕਰੋ,
फरजंद हाँ गुरु गोबिंद सिंह साहब दे डोलदे नहीं। डोलण वाला ते समा ही नहीं आउणा कदे। असीस देओ चरना ते मत्था टेके नमस्कार करके कचहरी वाल चले। हुण पहला दिन सी वो बड़ा अलौकिक सी। एक पासे खिडौणियां दे बाजार लाए कि बच्चे ने खिडौणियां च खेडण लग जाण। आ साडे बच्चे आ 7 8 9 सालां दे, मैं कहना मेले च नहीं जा सकते, बाजार नहीं जा सकते, पापा आ लैना बिरती इत्थे ही खड़ी है। क्यों? क्योंकि मापिया ने उही दिता। हुण 5 साल दे नूं फोन फड़ा दो, वो कहंदा कार्टून नैटवर्क, माँ बड़ी खुश है भी चल मैं काम कर लैनी है, इधर बिजी है। पर बड़ा होके जदों इहो जे काम करदा फिर दुखी है। फिर गुरुद्वारे बाबा जी इहनूं समझाओ, कोई गल नहीं मनदा भी भैन जी बाबा जी ने तो मोबाइल लैके नहीं सी दिता, बाबा जी ने तो PS4 नहीं सी लैके दित्ती भी पुत्त खेडिया कर, रोज पबजी खेडिया कर। उदों ते टाइम पास करते सी, अज साडा टाइम खराब करदे। असीं की करिए दा जिहड़ा तुहाडा नहीं होया, साडी कित्थे मन रुआ तो सतनाम औखा च परवरिश चंगी होवे। बाबा फतेह सिंह जी, बाबा जोरावर सिंह ने नहीं वेखिया उधर सामने पई सी गंडासियां टाकूए, वो भी लाया क्योंकि ये पोलीटिकल एजेंडा सी, राजनीति की खेड सी। बाबा फतेह सिंह सब तो छोटे आ, भज के उन्होंने हथियार चुक लए। एक कली कली चीज वाच की जा रही थी उस वेले, बच्चे कर की रहे हैं। कचहरी लगी है, झूठा नंद खत्री वर्गे पापी बैठे आ, काजी मुल्ला बैठे आ, मलेरकोटले का नवाब भी अज बैठा, सारी सी उत्थे। सब तो वड्डा गेट बंद करके छोटा गेट खोलिया गया, सिर्फ इस उम्मीद ते भी जदों साहबजादे सिर झुका के अंदर वड़नगे, ताड़ियां मारियां जाणगियां, इस्लाम कबूल कर लिया, सूबे नूं सी चुकादा। बाबा जोरावर सिंह जदों अंदर जाण लगे, इशारा किया फतेह सिंघा जुत्ती कर अगे। इन्नियां छोटियां उम्र च एडा वड्डा ज्ञान कलगीधर दे प्रजन। सब तो पहला बाबा फतेह सिंह ने अपना सज्जा चरण अगे कीता, जुत्ती दी नोक विखा के ये इशारा देता, सूबिया तेरी ये कचहरी ते तेरियां हुकूमतां जुत्ती दी नोक ते रखदे आ। तो सतनाम भरी कचहरी विच जाके आखिया, वाहिगुरू जी का खालसा वाहिगुरू जी की फतेह। गज के फतेह बुलाई, गूंज गई कचहरी। बेखौफ होके गुरु कलगीधर दे फरजंद खड़े आ। अज बड़े प्यार नाल कोले आके ना सुचानंद खत्री कहंदा है, काजी कोल आके कहंदा, बच्चिओ जे तुसी दीने इस्लाम कबूल कर लोगे, बेगमां दे डोले दिते जाणगे, जगीरियां दे देंगे, धन दौलत दे देंगे। एक बार अल्लाहू अकबर कहंदे, आयतल कुर्सी पढ़ दे। कहंदे ना, ये नहीं हो सकता। बड़े प्यार च कहंदे, तुहाडे पिता मारे गए, जंग च तुहाडे भरा शहीद हो गए, ये क्यों गया उन्होंने? किते ना किते जो भाई संगत सिंह जी का सीस हथ लग गया ना, सूबे नूं यही भुलेखा सी भी असीं ते गुरु कलगीधर जी का सिर कट लिया, कलगी तोड़ा लगा सी सिर से। पर यह भरम छेती दूर हो गया सी भी नहीं, गुरु गोबिंद सिंह साहब ते ताड़ी मार निकल गए। भरी कचहरी विच लाड़ लड़ाए गए, लालच दिते गए, पर गुरु कलगीधर दे लाला ने आख्या, सूबिया ना ईन मननी ते ना कदे झुकांगे, साडा फैसला यही है, असी गुरु कलगीधर दे पुत्तां अकाल पुरख नूं हम सफर मनदे आ साडा सीस गुरु नानक तो बिना किते झुक नहीं सकदा। अज झुका के वेख लो, भावे कल झुका के वेख लो। आखो सतनाम। बड़े प्यार दीयां गल्लां कीतियां। आखिरकार जदों उन्हां ने वेखिया, जांदियां नूं एक गल कहती, कहंदे अज ते सूबा जी तुहाडे नाल पेश होए प्यार च, कल नूं सख्ती कीती जानी है, सोच समझ के आइओ, तुहानूं सज़ा दित्ती जाएगी। डराबे दिते गए। पहले दिन प्यार की गल निकलदियां नूं समझाया भी जो दिमाग ते लोड़ पैना दादी जी नूं जाके दसणगे, घबरा जाणगे, कहणगे पुत्रो मान लो कि जान गवाउणी है, दसता जे तुसीं ये नहीं मनोगे तुहानूं सज़ा मौत दित्ती जाएगी। मन बना लिओ अपना। बाबा जोरावर सिंह, बाबा फतेह सिंह पहले दिन की कचहरी तो वापस आए, दादी मां नूं सारियां गल्लां सुणाउंदे आ। दादी जी बहुत खुश ने, प्रसन्न ने, अंतां दी सरदी हट चीर दी डुला नहीं सकी। इसे ठंडे बुरज विच दरवाजे ते खड़ा पहरेदार सेवा करने वाला मोती राम मेहरा अपनी पत्नी दे गहणे वेच के ना, जदों ने हालात वेखे भी अंतां दी ठंड, छोटे छोटे बच्चे
ਬੁੱਢੜੀ ਮਾਂ, ਇਸ ਉਮਰੇ ਤੇ ਵੈਸੇ ਠੰਡ ਲੱਗਦੀ ਬੱਚਿਆਂ ਤੇ ਬਜ਼ੁਰਗਾਂ ਨੂੰ, ਕੰਬਲ ਕੋਈ ਨਹੀਂ, ਰਜ਼ਾਈ ਕੋਈ ਨਹੀਂ, ਤਲਾਈ ਕੋਈ ਨਹੀਂ, ਠੰਡੀਆਂ ਹਵਾਵਾਂ ਦੇ ਬੁੱਲੇ ਆ ਰਹੇ ਆ, ਕੜਾਕੇ ਦੀ ਠੰਡ ਹੱਡੀਆਂ ਨੂੰ ਚੀਰ ਰਹੀ ਹੈ, ਸਰੀਰ ਕੰਬਦੇ ਆ ਬਾਲ ਨਿਆਣਿਆਂ ਦੇ। ਕਹਿੰਦੇ ਜੀ ਉਹਨੇ ਗਹਿਣੇ ਦੇ ਕੇ ਨਾ, ਇੱਕ ਕੜਬੀ ਦੁੱਧ ਦੀ, 2 ਗਲਾਸ ਤਾਂਬੇ ਪਿੱਤਲ ਦੇ, ਚੋਰੀ ਚੋਰੀ ਦੁੱਧ ਪਿਲਾਇਆ। ਮਾਤਾ ਜੀ ਨੇ ਵੀ ਕਿਹਾ ਮੋਤੀਆ ਨਾ ਇਹ ਕੰਮ ਕਰ, ਅਸੀਂ ਤੇ ਸਮੇਂ ਦੀ ਹਕੂਮਤ ਦੇ ਬਾਗੀ ਹਾਂ, ਸਾਨੂੰ ਹੱਥ ਗਲੀਆਂ ਲੱਗੀਆਂ ਨੇ, ਪਤਾ ਨਹੀਂ ਕਦੋਂ ਅਸੀਂ ਸਰੀਰ ਛੱਡ ਜਾਣਾ ਹੈ, ਸਜ਼ਾਵਾਂ ਦਿੱਤੀਆਂ ਜਾਣਗੀਆਂ। ਪੁੱਤਰਾ ਤੂੰ ਕਿਉਂ ਅਣਾਈ ਮੋਤੇ ਤੂੰ ਕਿਉਂ ਇਹ ਕਰਦਾ? ਰੋ ਪਿਆ ਸੀ। ਮਾਤਾ ਮੇਰੇ ਵੀ ਘਰ ਛੋਟੇ ਛੋਟੇ ਬੱਚੇ ਆ, ਜਦ ਮੈਂ ਇੱਥੋਂ ਜਾਣਾ ਉਹ ਦੁੱਧ ਪੀਂਦੇ ਆ, ਮੇਰੀਆਂ ਅੱਖਾਂ ਭਰ ਆਉਣ, ਮੈਥੋਂ ਬਰਦਾਸ਼ਤ ਨਹੀਂ ਹੁੰਦਾ। ਉਸ ਵੇਲੇ ਮੋਤੀ ਰਾਮ ਮਹਿਰੇ ਨੇ 2 ਦਿਨ ਦੁੱਧ ਦੀ ਸੇਵਾ ਕੀਤੀ। ਸ਼ਹਾਦਤ ਤੋਂ ਬਾਅਦ ਜਦੋਂ ਪਤਾ ਲੱਗਾ ਨਾ ਵੀ ਇਹਨੇ ਆਹ ਕੰਮ ਕੀਤਾ, ਉਹਨਾਂ ਦੀ ਨਜ਼ਰ 'ਚ ਪਾਪ ਸੀ, ਤੁਰਕਾਂ ਦੀ ਨਜ਼ਰ 'ਚ। ਜਿਨ੍ਹਾਂ ਬੱਚਿਆਂ ਨੂੰ ਵੇਖ ਰੋਂਦਾ ਸੀ ਨਾ, ਤੇ ਗੁਰੂ ਕਲਗੀਧਰ ਜੀ ਦੇ ਲਾਲਾਂ ਨੂੰ ਦੁੱਧ ਪਿਲਾਉਂਦਾ ਸੀ, ਉਹਨਾਂ ਬੱਚਿਆਂ ਨੂੰ ਸਮੇਤ ਪਰਿਵਾਰ ਦੇ ਤੇਲ ਵਾਲੇ ਕੋਲੂ 'ਚ ਪੀੜ ਕੇ ਸ਼ਹੀਦ ਕੀਤਾ ਗਿਆ। ਮੋਤੀ ਰਾਮ ਜੀ ਮਹਿਰਾ ਜਿਨ੍ਹਾਂ ਦਾ ਸਥਾਨ ਬਹੁਤ ਵੱਡੇ ਪੱਧਰ ਤੇ ਬਣਿਆ ਹੈ, ਤੇ ਕੁਰਬਾਨੀ ਕੋਈ ਛੋਟੀ ਨਹੀਂ ਹੈ। ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਨੇ ਸਰਬੰਸ ਵਾਰਿਆ, ਉਸ ਸਿੱਖ ਨੇ ਵੀ ਵਾਰਿਆ। ਧੰਨ ਮੋਤੀ ਜਨ ਪੁੰਨ ਕਮਾਇਆ, ਗੁਰ ਲਾਲਾ ਤਾਈ ਦੁੱਧ ਪਿਲਾਇਆ। 2 ਗਲਾਸ ਦੁੱਧ ਦੀ ਕੀਮਤ ਕਿੱਡੀ ਵੱਡੀ ਸੀ, ਪੁੱਛੋ ਮੋਤੀ ਰਾਮ ਮਹਿਰੇ ਨੂੰ ਜਾ ਕੇ। ਇੱਥੇ ਮੇਰੇ ਵਰਗਾ 2 ਬੰਦਿਆਂ ਨੂੰ ਲੰਗਰ ਛਕਾ ਕੇ ਟਾਰਾ ਮਾਰਦਾ ਫਿਰਦਾ, ਮੈਂ ਲੰਗਰ ਲਾਤਾ, ਮੈਂ ਉਹ ਕਰਤਾ। ਕੋਈ ਲੰਗਰ ਲਾਇਆ ਸੀ ਮੋਤੀ ਰਾਮ ਮਹਿਰੇ, ਜ਼ਿੰਦਗੀ ਨਾਲ ਖੇਡ ਕੇ, ਬੇਪਰਵਾਹੀਆਂ 'ਚ ਖੇਡ ਕੇ। ਅੱਜ ਵੀ ਜਦ ਕੋਈ ਸਰਹੰਦ ਦੀ ਧਰਤੀ ਤੇ ਜਾਂਦਾ ਨਾ, ਮੋਤੀ ਰਾਮ ਮਹਿਰਾ ਜੀ ਦੇ ਉਸ ਪਾਵਨ ਅਸਥਾਨ ਨੂੰ ਸੀਸ ਝੁਕਦਾ ਹੈ। ਉਹ ਵੀ ਸਰਬੰਸਦਾਨੀ ਹੈ, ਜਿਹਨੇ ਐਡਾ ਵੱਡਾ ਸ਼ਹੀਦੀ ਦਾ ਜਾਮ ਪੀਤਾ, ਐਡੀ ਕੁਰਬਾਨੀ ਕੀਤੀ ਹੈ। ਅੱਜ ਪਹਿਲੇ ਦਿਨ ਦੀ ਕਚਹਿਰੀ ਲੱਗੀ ਸਰਹੰਦ ਦੀ ਧਰਤੀ ਤੇ, ਦੂਜੇ ਦਿਨ ਹੋਏਗਾ, ਤੀਜੇ ਦਿਨ ਸ਼ਹਾਦਤਾਂ ਦੇ ਜਾਮ ਹੋਣਗੇ। ਸਮੁੱਚੀ ਮਨੁੱਖਤਾ ਨੇਤਰ ਭਰੀ ਫਿਰਦੀ ਹੈ। ਤੇ ਬੜਾ ਟੋਲਾ ਸਾਡਾ ਇਦਾਂ ਦਾ ਵੀ ਸੀ ਜਿਹੜੇ ਕ੍ਰਿਸਮਸ ਮਨਾਉਂਦੇ ਫਿਰਦੇ, ਸਵੇਰ ਤੋਂ ਹੀ ਮੈਸ, ਸ਼ਰਮ ਹੀ ਨਹੀਂ ਆਉਂਦੀ ਉਹਨਾਂ ਨੂੰ, ਸਵੇਰੇ ਹੀ ਲੱਗ ਜਾਂਦੇ ਆ ਵੀ ਦੱਸ ਤੁਸੀਂ ਕਿਹੜੀ ਦੁਨੀਆ 'ਚ ਤੁਰੇ ਫਿਰਦੇ ਹੋ, ਤੁਹਾਡੇ ਤੋਂ 30 ਕਿਲੋਮੀਟਰ ਦੂਰ ਸਰਹੰਦ, ਉਹਦੇ ਬਾਰੇ ਨਹੀਂ ਪਤਾ ਅਮਰੀਕਾ 'ਚ ਕੀ ਹੋਇਆ, ਕਿੱਦਾਂ ਹੋਇਆ, ਉਹ ਤੁਸੀਂ ਮਨਾਉਂਦੇ ਫਿਰਦੇ। ਗੁਰੂ ਭਲਾ ਕਰੇ, ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਹੀ ਜੋੜ ਮੇਲ ਹੁੰਦੇ ਰਹਿਣੇ ਆ। ਵੱਧ ਤੋਂ ਵੱਧ ਜੁੜੀਏ। ਕੱਲਾ ਗੁਰਦੁਆਰੇ ਮੱਥਾ ਟੇਕ ਕੇ ਕੁਛ ਨਹੀਂ ਬਣਦਾ। ਜਦ ਤੱਕ ਅੰਮ੍ਰਿਤ ਨਹੀਂ ਛਕਦੇ, ਗੁਰੂ ਵਾਲੇ ਨਹੀਂ ਬਣਦੇ, ਉਦੋਂ ਤੱਕ ਸਭ ਕੁਝ ਜ਼ੀਰੋ ਹੈ। ਗੁਰੂ ਵਾਲੇ ਤੇ ਬਣ ਜਾਈਏ। ਲੱਖ ਗੁਰਤਾ ਮੱਚ ਜਾਈ ਜਾਓ, ਕੀ ਫਾਇਦਾ ਜੀ ਬਦਲੇ ਹੀ ਨਾ, ਜੀਵਨ ਹੀ ਨਾ ਬਦਲਿਆ। ਮਹਾਰਾਜ ਕਿਰਪਾ ਕਰਨ ਕਿਤੇ ਬਦਲਾ ਆ ਜੇ। ਵਾਹਿਗੁਰੂ 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 ਵਾਹਿਗੁਰੂ।